सतनाम श्री वाहिगुरु जी। पैरों महला पंजवा। जियो प्राण जिन रचियो शरीर, जिन्हें उपाए तिसको पीर। जियो प्राण जिन रचियो शरीर। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुग अटल शब्दा अवतार, दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल हुए मनुआ, सतगुर का दर्शन पाई जियो। सतगुरां दी पवित्र अमृत बाणी दी कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु जी। पैरा महला पंजवा। भैरों राग विच सतगुरु पंजवें पातशाह शहीदां दे सरताज धन श्री गुरु अर्जन देव साहिब जी महाराज शो पावन उपदेश की बख्शिश कर रहे ने। जियो प्राण जिन रचियो शरीर। हे भाई, इस जिंदगी प्राण सवासा ਅਤੇ ਸਰੀਰ ਨੂੰ ਜਿਸ ਪਰਮਾਤਮਾ ਨੇ ਰਚਨਾ ਕੀਤਾ ਹੈ, ਇਸੇ ਪ੍ਰਕਾਰ ਜਿਉ ਪ੍ਰਾਣ ਜਿਨ ਰਚਿਓ ਸਰੀਰ। ਜਿਸ ਪਰਮਾਤਮਾ ਨੇ ਅਸਤੂਲ ਸਰੀਰ ਰਚ ਕੇ ਇਸ ਵਿੱਚ ਜੀਓ ਸੂਖਮ ਜੀਵਾਤਮਾ ਅਤੇ ਪ੍ਰਾਣਾਂ ਨੂੰ ਟਿਕਾਉਣਾ ਕੀਤਾ ਹੈ। ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪ੍ਰਾਣ। ਸੋ ਮਾਤਾ ਕੀ ਉਦਰ ਮਹਿ ਪ੍ਰਤਪਾਲ ਕਰੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਉੱਥੇ ਰੱਖਿਆ ਕੀਤੀ ਹੈ। ਆਪਣਾ ਸਿਮਰਨ ਦੇ ਪ੍ਰਤਪਾਲਿਆ ਉਹ ਸਗਲ ਘਟਾਂ ਕਾ ਮਾਲਕ। ਜਿਨ ਹੈ ਉਪਾਏ ਤਿਸ ਕਾ ਪੀਰ। ਜਿਸ ਪਰਮਾਤਮਾ ਨੇ ਸਾਰੇ ਖੰਡ ਬ੍ਰਹਿਮੰਡ ਪੈਦਾ ਕੀਤੇ ਹਨ, ਤਿਸ ਪਰਮਾਤਮਾ ਨੂੰ ਹੀ ਸਭ ਦੇ ਪਾਲਣ ਪੋਸ਼ਣ ਦੀ ਦਰਦ ਚਿੰਤਾ ਹੈ। ਗੁਰ ਗੋਬਿੰਦ ਜੀ ਕੈ ਕਾਮ। ਇਹ ਭਾਈ ਪੂਜਨ ਜੋ ਗੋਬਿੰਦ ਪਰਮਾਤਮਾ ਜਾਂ ਗੁਰੂ ਅਤੇ ਪਰਮਾਤਮਾ ਹੀ ਹਿਰਦੇ ਦੇ ਕੰਮ ਆਉਣ ਵਾਲਾ ਹੈ। ਪਾਲਤ ਪਾਲਤ ਜਾ ਕੀ ਸਦ ਛਾਮ। ਜਿਸ ਪਰਮਾਤਮਾ ਦੀ ਲੋਕ ਪਰਲੋਕ ਦੇ ਵਿੱਚ ਹਮੇਸ਼ਾ ਹੀ ਸ਼ਾਨ ਓਟ ਹੈ, ਜਾਂ ਪਰਮਾਤਮਾ ਦਾ ਹੀ
ਲੋਕ ਪਰਲੋਕ ਵੀ ਜਸ ਸ਼ਾਮ ਛਾਇਆ ਹੋਇਆ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਰੱਬ ਆਰਾਧਨ ਨਿਰਮਲ ਰੀਤ, ਪਰਮਾਤਮਾ ਦਾ ਸਿਮਰਨ ਕਰਨਾ ਹੀ ਉਜਲ ਮਰਿਆਦਾ ਹੈ। ਸਾਧ ਸੰਗ ਬਿਨਸੀ ਵਿਪਰੀਤ, ਜਿਸ ਨੇ ਵੀ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕੀਤੀ ਹੈ ਉਸ ਦੀ ਉਲਟੀ ਬਿਰਤੀ ਵਿਪਰੀਤ ਭਾਵਨਾ ਨਾਸ਼ ਹੋ ਗਈ ਹੈ। ਰੀਤ ਹੀਤ ਧਨ ਨਹਿ ਪਾਰਣਾ, ਮਿੱਤਰ ਹਿਤ ਪ੍ਰੇਮ ਕਰਨ ਵਾਲੇ ਅਤੇ ਦੌਲਤ ਆਦਿਕ ਨੇ ਕੋਈ ਆਸਰਾ ਨਹੀਂ ਦੇਣਾ। ਧਨ ਧਨ ਮੇਰੇ ਨਾਰਾਇਣਾ, ਹੇ ਮੇਰੇ ਪਰਮਾਤਮਾ ਇੱਕ ਤੂੰ ਹੀ ਆਸਰਾ ਦੇਣ ਵਾਲਾ ਹੈ, ਇਸ ਲਈ ਤੂੰ ਧਨ ਦਾ ਯੋਗ ਹੈ। ਨਾਨਕ ਬੋਲੇ ਅੰਮ੍ਰਿਤ ਬਾਣੀ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਬਾਣੀ ਹੀ ਉਚਾਰਨ ਕਰਦੇ ਹਾਂ। ਆ ਵੇਖ ਲਓ, ਇੱਕ ਵਾਰ ਉੱਚੀ ਬੋਲ ਕੇ ਕਹਿ ਦੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਾਡੇ ਪੰਥ 'ਚ ਵੀ ਕਈ ਮੂਰਖ ਜੰਮ ਪਏ ਨੇ, ਮੈਨੂੰ ਮਾਫ ਕਰਨਾ, ਚਾਰ ਅੱਖਰ ਸਿੱਖ ਕੇ ਤੇ ਉਹ ਵੀ ਗਲਤ ਪ੍ਰਚਾਰ ਕਰਦੇ ਕਿ ਜੀ ਨਿਤਨੇਮ ਦਾ ਕੋਈ ਫਾਇਦਾ ਨਹੀਂ ਜੀ, ਬਾਣੀ ਦੇ ਪਾਠ ਦਾ ਕੋਈ ਫਾਇਦਾ ਨਹੀਂ ਜੀ, ਜੇ ਬਾਣੀ ਪੜ੍ਹਨ ਨਾਲ ਬ੍ਰਹਮ ਗਿਆਨ ਹੁੰਦਾ ਹੋਵੇ ਤੇ ਸਾਰੇ ਪਾਠੀ ਬ੍ਰਹਮ ਗਿਆਨੀ ਨਾ ਬਣ ਜਾਣ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਅਖੇ ਜੀ ਬਾਣੀ ਦਾ ਕਹਿੰਦੀ ਹੈ ਨਾਮ ਜਪੋ। ਫਿਰ ਨਾਮ ਕਿਵੇਂ ਜਪੀਏ ਬਾਬਾ ਜੀ? ਸਾਡੇ ਕੋਲ ਆਇਓ, ਅਸੀਂ ਤੁਹਾਨੂੰ ਜੁਗਤੀ ਦੱਸਾਂਗੇ। ਗੁਰਦੁਆਰੇ ਤਾਂ ਜੁਗਤੀਆਂ ਮੁਕਤੀਆਂ ਦੀ ਗੱਲ ਹੀ ਕੋਈ ਨਹੀਂ, ਇੱਥੇ ਤਾਂ ਪਿਆਰ ਤੇ ਸ਼ਰਧਾ ਦੀ ਬਾਤ ਹੈ। ਜੱਟ ਛੱਟਾ ਦਿੰਦਾ ਪੈਲੀ ਵਿੱਚ, ਬੀਜ ਪੁੱਠਾ ਡਿੱਗ ਪਏ ਸਿੱਧਾ ਡਿੱਗ ਪਏ, ਜਿਹੜਾ ਬੀਜ ਧਰਤੀ 'ਚ ਡਿੱਗ ਪਿਆ ਉਹਨੇ ਜੰਮਣਾ ਹੀ ਜੰਮਣਾ ਹੈ। ਵਾਹਿਗੁਰੂ ਕਹਿਣ ਦੀ ਕਾਹਦੀ ਜੁਗਤੀ ਆ? ਬੰਦਾ ਪੁੱਛੇ, ਚੌਂਕੜਾ ਮਾਰਿਆ ਨਹੀਂ ਵੱਜਦਾ ਤੇ ਖੜੇ ਹੋ ਜਾਓ, ਥੱਕ ਗਏ ਹੋ ਤੇ ਬੈਠ ਜਾਓ, ਭੁੰਜੇ ਨਹੀਂ ਬੈਠਿਆ ਜਾਂਦਾ, ਕਿਤੇ ਉੱਚੀ ਜਗ੍ਹਾ ਤੇ ਬਹਿ ਜਾਓ, ਕੁਛ ਵੀ ਨਹੀਂ ਹੁੰਦਾ। 5 ਮਿੰਟ ਲੇਟਾ ਮਾਰ ਲਓ, ਵਾਹਿਗੁਰੂ ਵਾਹਿਗੁਰੂ ਕਰਦਿਆਂ ਘੜੀ ਨੀਂਦ ਆ ਗਈ ਹੈ ਤੇ ਨੀਂਦ ਆਉਣ ਦਾ ਕੋਈ ਹਰਜ ਨਹੀਂ, ਸਿਰ ਦਰਦ ਠੀਕ ਹੋ ਜਾਂਦੀ ਹੈ, ਉੱਠ ਕੇ ਫਿਰ ਚੌਂਕੜਾ ਮਾਰ ਲਓ। ਤੁਰਦੇ ਫਿਰਦੇ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈਏ, ਜਾਂ ਨਾਨਕ ਗੁਰਮੁਖੀ ਇਹੋ ਲਹੀਏ। ਉਹ ਕਹਿੰਦੇ ਬਾਣੀ ਨਾ ਪੜੋ, ਨਾਮ ਜਪੋ, ਤੇ ਨਾਮ ਅਸੀਂ ਤੁਹਾਨੂੰ ਜਪਾਉਂਦੇ ਹਾਂ। ਮਤਲਬ ਆਪਦੇ ਪਿੱਛੇ ਲਾ ਲੈਂਦੇ ਨੇ। ਇਹੀ ਕੰਮ ਰਾਧਾ ਸਵਾਮੀਆਂ ਦਾ। ਦੱਸੋ ਸਾਡੇ 'ਚ ਤੇ ਉਹਨਾਂ 'ਚ ਫਰਕ ਕੀ ਰਹਿ ਗਿਆ? ਕਥਾ ਉਹ ਵੀ ਕਰਦੇ ਨੇ, ਇਸ ਤਰ੍ਹਾਂ ਹੀ ਕਰਦੇ ਜਿਸ ਤਰ੍ਹਾਂ ਆਪਾਂ ਕਰ ਰਹੇ ਹਾਂ। ਦੁਨੀਆ ਨੂੰ ਭੁਲੇਖਾ ਪੈ ਜਾਂਦਾ ਅਗੇ ਬਾਬਾ ਜੀ ਕਥਾ ਤਾਂ ਬਾਣੀ ਦੀ ਕਰਦੇ ਨੇ। ਬੰਦਾ ਪੁੱਛੇ ਵੀ ਉਹ ਤੋਂ ਬਾਅਦ ਕੀ ਕਹਿੰਦੇ ਨੇ? ਇਹ ਤਾਂ ਨਹੀਂ ਕਹਿੰਦੇ ਨਿਤਨੇਮ ਕਰੋ ਆਪਦੇ ਘਰ ਬਹਿ ਕੇ, ਰੱਬ ਰੱਬ ਕਰੋ। ਕਹਿੰਦੇ ਡੇਰੇ ਸਾਡੇ ਆਓ, ਅਸੀਂ ਤੁਹਾਨੂੰ ਕੰਨ ਦੇ ਵਿੱਚ ਮੰਤਰ ਦਿਆਂਗੇ। ਆਪਦੇ ਪੈਰ ਧੋ ਕੇ ਪਿਆਉਂਦੇ ਨੇ, ਮਤਲਬ ਆਪਦੇ ਪਿੱਛੇ ਦੁਨੀਆ ਲਾਉਂਦੀ ਹੈ। ਕਦੀ ਵੀ ਕਿਸੇ ਨੇ ਨਹੀਂ ਆਖਿਆ ਵੀ ਜਿਹੜਾ ਗੁਰਦੁਆਰਾ ਤੁਹਾਡੇ ਕੋਲ ਹੈ ਉੱਥੇ ਮੱਥਾ ਟੇਕਣ ਜਾਇਆ ਕਰੋ। ਬਾਬਾ ਭਾਵੇਂ ਇਕੱਲਾ ਹੀ ਬੋਲਦਾ ਰਹੇ, ਹਾਂਜੀ, ਕਬੂਤਰ ਬਿਠਾ ਕਰਦੇ ਰਹਿਣ, ਝਾੜੂ ਫੇਰਨ ਵਾਲਾ ਕੋਈ ਹੋਵੇ ਨਾ, ਦਰਵਾਜ਼ਿਆਂ ਦੇ ਗੋੜੇ ਗੋੜੇ ਮਿੱਟੀ ਜੰਮੀ ਹੋਏ, ਮੱਸਿਆ ਤੇ ਪੁੰਨਿਆ ਆਪਾਂ ਬਾਬਿਆਂ ਦੇ ਡੇਰਿਆਂ ਤੇ ਜਾਵਾਂਗੇ। ਮਤਲਬ ਯਾਤਰਾ ਕਰਨ ਵਾਸਤੇ ਕਦੀ ਕਦੇ ਦੂਰ ਦੂਰ ਲਾਗੇ ਮੱਥਾ ਨਹੀਂ ਟੇਕਣਾ। ਕਿੰਨੀ ਹਾਸੋਹੀਣੀ ਬਾਤ ਹੈ ਵੀ ਉਹੀ ਬਾਬਾ ਮਹਾਰਾਜ ਇੱਧਰ ਹੈ, ਉਹੀ ਉੱਧਰ ਹੈ। ਫਰਕ ਕੀ ਹੈ? ਫਰਕ ਆਪਦੇ ਪਿੱਛੇ ਲਾਉਣ ਦਾ ਹੈ। ਸਰਸੇ ਵਾਲਾ ਵੀ ਇਹੀ ਕੰਮ ਕਰਦਾ। ਠੀਕ ਜਪਾਉਂਦੇ ਤਾਂ ਰੱਬ ਦਾ ਨਾਮ ਹੀ ਨੇ,
ਕਹਿੰਦੇ ਨਾਮ ਜੋੜਦਾ ਹੈ, ਤੋੜਦਾ ਨਹੀਂ। ਪਰ ਜੋੜਦਾ ਕਿਹਦੇ ਨਾਲ ਹੈ? ਬੰਦੇ ਦੇ ਗੋਡਿਆਂ ਨਾਲ। ਮਹਾਰਾਜ ਦੀ ਬਾਣੀ ਨਾਲ ਨਹੀਂ ਕੋਈ ਜੋੜਦਾ, ਆਪਦੇ ਨਾਲ ਜੋੜਦੇ ਨੇ। ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਬਿਲਕੁਲ ਸਾਫ਼ ਸਪਸ਼ਟ ਅੱਖਰਾਂ ਵਿੱਚ ਕਹਿ ਰਹੇ ਨੇ ਕਿ ਜਿਹੜੀ ਗੁਰਬਾਣੀ ਹੈ ਭਾਈ, ਮਰੇ ਨੂੰ ਜਿਉਂਦਾ ਕਰਨ ਵਾਲੀ ਹੈ। ਕਿਸੇ ਨੇ ਪੜ੍ਹੀ ਹੋਵੇ ਸਹੀ। ਆਪਾਂ ਕਹਿੰਦੇ ਆ ਸਾਡੀ ਮੱਝ ਨਹੀਂ ਮਿਲੀ, ਸਾਡਾ ਮੁੰਡਾ ਬਾਹਰ ਨਹੀਂ ਗਿਆ, ਬਾਣੀ 'ਚ ਕੀ ਤਾਕਤ ਹੈ? ਅਸੀਂ ਤਾਂ ਬਾਬੇ ਕੋ ਵਰ ਲੈਣਾ, ਫਲਾਣੇ ਨੇ ਆਹ ਦਿੱਤਾ ਉਹ ਦਿੱਤਾ। ਕਦੀ ਪੜ੍ਹੀ ਹੋਈ ਨਹੀਂ ਸ਼ਰਧਾ ਪਿਆਰ ਨਾਲ। ਮਾਰੇ ਕਹਿੰਦੇ ਬਾਣੀ ਦੁਨੀਆ ਦੀਆਂ ਗੱਲਾਂ ਦਾ ਇੱਕ ਪਾਸੇ ਰੱਖ ਦਿਓ, ਇਹ ਤਾਂ ਮੁਰਦੇ ਨੂੰ ਜੀਵਤ ਕਰਨੇ ਵਾਲੀ ਹੈ। ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਬਾਬੇ ਅਟਲ ਰਾਏ ਨੇ ਆਪਦੇ ਸਾਥੀ ਮੋਹਨ ਮੁੰਡੇ ਦੇ ਗਲ ਵਿੱਚ ਖੁੰਡੀ ਪਾ ਕੇ ਉਹਨੂੰ ਮਰੇ ਨੂੰ ਉਠਾ ਦਿੱਤਾ ਸੀਗਾ। ਬਾਬੇ ਗੁਰਦਿੱਤੇ ਨੇ ਮਰੀ ਗਾਂ ਜਵਾਈ। ਮਰਦਾਨੇ ਨੇ ਦਿੱਲੀ ਦੇ ਵਿੱਚ ਇੱਕ ਮੁਹਾਵਤ ਦੇ ਬੇਨਤੀ ਕਰਨ ਤੋਂ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਛੱਟਾ ਮਾਰ ਕੇ ਮਰਿਆ ਹਾਥੀ ਜੀਵਾਇਆ। ਸਤਿਗੁਰੂ ਕਲਗੀਧਰ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਜੀਵਤ ਕੀਤਾ। ਇਉਂ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਇਹ ਭੈਰੋ ਮਹੱਲਾ ਪੰਜਵਾ, ਇਹ ਮਾਝ ਮਹੱਲਾ ਪੰਜਵਾ ਜੋ ਮੈਂ ਪੰਕਤੀਆਂ ਪੜ੍ਹ ਕੇ ਤੁਹਾਨੂੰ ਸੁਣਾਈਆਂ। ਜਿਹੜੀ ਗੁਰਬਾਣੀ ਹੈ ਇਹ ਅੰਮ੍ਰਿਤ ਰੂਪ ਹੈ, ਜਿਹਨੂੰ ਸਰਵਣ ਕਰਕੇ ਪਰਮ ਗਤੀ ਦੀ ਪ੍ਰਾਪਤੀ ਹੁੰਦੀ ਹੈ। ਹਿਰਦੇ ਵਿੱਚ ਈਰਖਾ ਤ੍ਰਿਸ਼ਨਾ ਦਾ ਸਾੜਾ ਖਤਮ ਹੋ ਜਾਂਦਾ ਤੇ ਸਤਿਗੁਰੂ ਜੀ ਦੇ ਦਰਸ਼ਨ ਮਿਲਦੇ ਨੇ। ਸੁਖ ਭਇਆ ਦੁਖ ਦੂਰ ਪੁਰਾਨਾ, ਸੰਤ ਰਸਨਾ ਹਰ ਨਾਮ ਵਖਾਨਾ। ਜਲ ਤਲ ਨੀਰ ਭਰੇ ਸਰਸ ਭਰ, ਬਿਰਥਾ ਕੋਇ ਨ ਜਾਏ ਜੀਓ। ਬਾਣੀ ਸੁਣਨ ਵਾਲਾ ਪੜ੍ਹਨ ਵਾਲਾ ਗੁਰਦੁਆਰੇ ਚੋਂ ਅੱਜ ਤੱਕ ਖਾਲੀ ਜਾਂਦਾ ਮੈਂ ਤਾਂ ਕੋਈ ਦੇਖਿਆ ਨਹੀਂ। ਜੇ ਤੁਸੀਂ ਦੇਖਿਆ ਤੇ ਸਾਨੂੰ ਮਿਲਾਓ। ਕੁਛ ਨਾ ਕੁਛ ਇੱਥੋਂ ਲੈ ਕੇ ਜਾਂਦਾ, ਇੱਥੇ ਗਵਾਚਦਾ ਕੁਝ ਨਹੀਂ, ਇੱਥੇ ਪ੍ਰਾਪਤ ਹੀ ਹੁੰਦਾ ਹੈ। ਪਾਤਸ਼ਾਹ ਫਰਮਾਉਂਦੇ ਨੇ ਦੁਖ ਰੋਗ ਸੰਤਾਪ ਉਤਰੇ। ਦੁੱਖ ਵੀ ਰੋਗ ਵੀ ਸੰਤਾਪ ਵੀ ਤੁਹਾਡੇ ਉੱਤਰ ਜਾਣਗੇ। ਕਿਸ ਤਰ੍ਹਾਂ? ਸੁਣੀ ਸੱਚੀ ਬਾਣੀ। ਜੇ ਤੁਸੀਂ ਸੱਚੀ ਬਾਣੀ ਨੂੰ ਸਰਵਣ ਕਰੋਗੇ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਬੀਤੀ ਤਿਸ ਮੋਖ ਦੁਆਰ। ਮਿੱਠੀ ਅੰਮ੍ਰਿਤ ਦੀ ਧਾਰਾ ਵਰਗੀ ਹੈ, ਜਿਨ੍ਹਾਂ ਨੇ ਪੀ ਲਈ ਉਹਨਾਂ ਨੂੰ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸ, ਪੂਰੇ ਗੁਰ ਤੇ ਜਾਣੇ। ਸੰਤ ਸੱਜਣ ਬਾਣੀ ਪੜ੍ਹਨ ਸੁਣਨ ਵਾਲੇ ਸਹਿਤ ਰਸ ਦੇ ਹੋ ਗਏ ਨੇ। ਇਹ ਜਿਹੜੀ ਗੁਰਬਾਣੀ ਹੈ ਪੂਰੀਆਂ ਗੁਰਾਂ ਤੋਂ ਜਾਣੀ ਜਾਂਦੀ ਹੈ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਦ ਮਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਇਹਨੂੰ ਸੁਣਨ ਵਾਲੇ ਪੁਨੀਤ ਨੇ, ਕਹਿਣ ਵਾਲੇ ਪਵਿੱਤਰ ਹਨ। ਅਨਹਦ ਧੁਨੀ ਦੇ ਵਾਜੇ ਵਜਾਉਂਦੇ ਨੇ ਬਾਣੀ ਪੜ੍ਹਨ ਸੁਣਨ ਤੋਂ। ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਇਹ ਮੇਰੇ ਭਰਾਵੋ, ਜਿਹੜਾ ਵੀ ਗੁਰਬਾਣੀ ਨੂੰ ਗਾਉਂਦਾ ਪੜ੍ਹਦਾ ਸੁਣਦਾ ਉਹ ਹਮੇਸ਼ਾ ਹੀ ਸੁਖਦਾਈ। ਇਹ ਬਾਣੀ ਸੁਖ ਦੇਣ ਵਾਲੀ ਹੈ, ਸੁਖ ਉਹਨੂੰ ਮਿਲ ਜਾਂਦੇ, ਉਹ ਸਹਿਤ ਫਲ ਦੇ ਹੋ ਜਾਂਦਾ। ਕੋਈ ਗਾਵੇ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸੈ ਕੋ ਦ੍ਰਿੜੈ, ਤਿਸਕਾ ਹੋਏ ਉਧਾਰ। ਭਾਵੇਂ ਕੋਈ ਇਹਨੂੰ ਗਾ ਲਏ, ਭਾਵੇਂ ਸੁਣ ਲਏ, ਭਾਵੇਂ ਕੋਈ ਉਪਦੇਸ਼ ਦੇਵੇ ਤੇ ਭਾਵੇਂ ਧਾਰਨ ਕਰ ਲਵੇ, ਕੋਈ ਵਿਚਾਰ ਕਰੇ, ਉਸ ਦਾ ਇਹ ਗੁਰਬਾਣੀ ਉਧਾਰ ਕਰ ਦਿੰਦੀ ਹੈ। ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਇਹ ਨਾਮ ਦੇ ਨਾਲ ਮਿਲੀ ਹੋਈ ਬਾਣੀ ਹੈ।
ਕੋਈ ਗਾਵੇ, ਕੋਈ ਸੁਣੇ, ਕੋਈ ਪੜ੍ਹੇ। ਕਬੀਰ ਜੀ ਕਹਿੰਦੇ ਸੰਸਾ ਨਾ ਕਰਿਓ, ਅੰਤ ਨੂੰ ਪਰਮ ਗਤੀ ਕੇਵਲ ਮੁਕਤੀ ਦੀ ਪ੍ਰਾਪਤੀ ਹੋਵੇਗੀ। ਲੋਕ ਜਾਣੈ ਇਹੋ ਗੀਤ ਹੈ, ਇਹੋ ਤੋਂ ਬ੍ਰਹਮ ਵਿਚਾਰ, ਜਿਉਂ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਲੋਕਾਂ ਦੇ ਭਾਣੇ ਵੀ ਗੀਤ ਗਾਉਣ ਹੀ ਗਾਉਂਦੇ ਨੇ ਬਾਬੇ, ਇਹ ਗਾਉਣ ਨਹੀਂ ਹੈ, ਕਿਸੇ ਬੰਦੇ ਦੀ ਬਣਾਈ ਹੋਈ ਕਵਿਤਾ ਨਹੀਂ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਮੌਤ ਦੀ ਗਰਦਿਸ਼ ਵਿੱਚ ਨਹੀਂ ਆਉਂਦਾ, ਇਹ ਬਾਣੀ ਮਹਾਂਪੁਰਖ ਕੀ, ਉਸ ਮਹਾਂਕਾਲ ਪੁਰਖ ਵਾਹਿਗੁਰੂ ਦੀ ਬਾਣੀ ਹੈ। ਇਹ ਬਾਣੀ ਮਹਾਂਪੁਰਖ ਕੀ ਮਨ ਹੈ ਉਤਾਰਨ ਮਾਨ ਕੋ। ਜਿਹੜਾ ਬਾਣੀ ਨੂੰ ਪੜ੍ਹਦਾ ਤੇ ਸੁਣਦਾ, ਉਹਦੇ ਮਨ ਦੇ ਮਾਨ ਨੂੰ ਉਤਾਰ ਦਿੰਦੀ ਹੈ। ਹਉਮੈ ਦੇ ਦੀਰਘ ਰੋਗ ਨੂੰ ਇਹ ਖਤਮ ਕਰ ਦਿੰਦੀ। ਦੀਰਘ ਰੋਗ ਹੁੰਦਾ ਕੈਂਸਰ, ਜਿਹਦੀਆਂ ਜੜ੍ਹਾਂ ਲੱਗ ਜਾਣ। ਕਿਸੇ ਦੇ ਦਿਮਾਗ 'ਚ ਰਸੌਲੀ ਹੈ ਜਾਂ ਕੋਈ ਫੋੜਾ ਹੈ ਜੜ੍ਹਾਂ ਵਾਲਾ, ਉਹ ਨਾੜੀਆਂ ਨੂੰ ਆਪਦੀਆਂ ਜੜ੍ਹਾਂ ਲਾ ਕੇ ਤੇ ਕਾਬੂ ਕਰ ਲੈਂਦਾ, ਨਾੜੀਆਂ ਸੁਕਾ ਦਿੰਦਾ, ਉਹਦਾ ਇਲਾਜ ਕੋਈ ਨਹੀਂ, ਉਹਨੂੰ ਕਹਿੰਦੇ ਕੈਂਸਰ ਹੋ ਗਈ ਜੀ। ਤੋ ਐਸਾ ਜਿਹੜਾ ਦੀਰਘ ਰੋਗ ਹੈ, ਉੱਪਰੋਂ ਤਾਂ ਬੰਦਾ ਚੰਗਾ ਭਲਾ ਪਰ ਅੰਦਰੋਂ ਖਾਧਾ ਹੋਇਆ ਹੈ, ਕੀੜਾ ਲੱਗਿਆ ਹੋਇਆ ਹਉਮੈ ਦਾ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਣੋ, ਹਿਤ ਸੰਜਮ ਦੁਖ ਜਾਹੇ। ਇਸ ਉਪਾਅ ਦੇ ਨਾਲ ਜੇ ਗੁਰੂ ਦਾ ਸ਼ਬਦ ਕਮਾਉਂਗੇ ਤਾਂ ਇਹ ਦੀਰਘ ਰੋਗ ਇਸ ਤਰੀਕੇ ਨਾਲ ਚਲਿਆ ਜਾਏਗਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ। ਜਿਹੜਾ ਮਨੁੱਖ ਗੁਰੂ ਦੀ ਇਸ ਬਾਣੀ ਨਾਲ ਦਿਲੋਂ ਸਾਂਝ ਪਾ ਲੈਂਦਾ, ਉਸ ਦੇ ਅੰਦਰ ਪਰਮਾਤਮਾ ਦਾ ਨਾਮ ਹਮੇਸ਼ਾ ਹੀ ਟਿਕਿਆ ਰਹਿੰਦਾ ਹੈ। ਇਸ ਲਈ ਮਹਾਰਾਜ ਕਥਨ ਕਰਦੇ ਕਿ ਅਸੀਂ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਬਾਣੀ ਹੀ ਉਚਾਰਨ ਕਰਦੇ ਹਾਂ ਕਿ ਏਕ ਬਿਨਾ ਦੂਜਾ ਨਹੀਂ ਜਾਣੀ। ਅਦੁੱਤੀ ਬ੍ਰਹਮ ਤੋਂ ਬਿਨਾ ਉਸ ਵਰਗਾ ਕੋਈ ਹੋਰ ਦੂਜਾ ਨਹੀਂ ਜਾਣਦੇ ਹਾਂ। ਭਾਵ ਇੱਕ ਅਕਾਲ ਪੁਰਖ ਦਾ ਹੀ ਆਸਰਾ ਤੱਕਦੇ ਹਾਂ। ਭੈਰਵ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੁਭ ਉਪਦੇਸ਼ ਉਚਾਰਨ ਕਰਦੇ ਨੇ। ਅੱਗੇ ਦਈਓ ਪਾਛੈ ਨਾਰਾਇਣ। ਅੱਗੇ ਆਉਣ ਵਾਲੇ ਸਮੇਂ ਵਿੱਚ ਪ੍ਰੇਰਕ ਪਰਮਾਤਮਾ ਹੀ ਰੱਖਿਆ ਕਰਨ ਵਾਲਾ ਹੈ। ਪਿੱਛੇ ਭੂਤ ਕਾਲ ਵਿੱਚ ਵੀ ਪਰਮਾਤਮਾ ਹੀ ਰੱਖਿਆ ਸੀਗਾ ਅਤੇ ਮਤ ਭਾਗ ਹਰ ਪ੍ਰੇਮ ਰਸਾਇਣ। ਹੁਣ ਵਿਚਕਾਰ ਹਿੱਸੇ ਵਿੱਚ ਵੀ ਰਸਾਂ ਦਾ ਘਰ ਪ੍ਰਭੂ ਹੀ ਪਿਆਰ ਕਰਨ ਵਾਲਾ ਹੈ। ਇਸੇ ਪ੍ਰਕਾਰ ਅੱਗੇ ਦਈਓ ਪਾਛੈ ਨਾਰਾਇਣ। ਅੱਗੇ ਭਾਵ ਬਿਰਧ ਅਵਸਥਾ ਵਿੱਚ ਦਿਆਲੂ ਪ੍ਰਭੂ ਰੱਖਿਅਕ ਹੈ। ਪਿੱਛੇ ਭਾਵ ਬਾਲਕ ਅਵਸਥਾ ਵਿੱਚ ਵੀ ਪਰਮਾਤਮਾ ਹੀ ਰੱਖਿਅਕ ਸੀ। ਮਤ ਭਾਗ ਹਰ ਪ੍ਰੇਮ ਰਸਾਇਣ। ਅਤੇ ਵਿਚਕਾਰਲੇ ਹਿੱਸੇ ਭਾਵ ਜਵਾਨੀ ਵਿੱਚ ਵੀ ਰਸਾਂ ਦਾ ਘਰ ਅਤੇ ਪਿਆਰਾ ਪ੍ਰਭੂ ਹੀ ਰੱਖਿਅਕ ਹੈ। ਇਸੇ ਪ੍ਰਕਾਰ ਅੱਗੇ ਦਈਓ ਪਾਛੈ ਨਾਰਾਇਣ। ਅੱਗੇ ਪਰਲੋਕ ਵਿੱਚ ਵੀ ਦਿਆਲੂ ਪ੍ਰਭੂ ਰੱਖਿਆ ਕਰਨ ਵਾਲਾ ਹੈ। ਪਿੱਛੇ ਇਸ ਲੋਕ ਵਿੱਚ ਵੀ ਉਹੀ ਪ੍ਰਭੂ ਹੀ ਰੱਖਿਆ ਕਰਦਾ ਹੈ। ਮਤ ਭਾਗ ਹਰ ਪ੍ਰੇਮ ਰਸਾਇਣ। ਇਸ ਲਈ ਮੱਧ ਹਿਰਦੇ ਰੂਪ ਹਿੱਸੇ ਵਿੱਚ ਉਸ ਪ੍ਰਭੂ ਦੇ ਪ੍ਰੇਮ ਦੇ ਨਾਲ ਰਸਨਾ ਚਾਹੀਦਾ, ਭਾਵ ਤਦਾਕਾਰ ਹੋਣਾ ਚਾਹੀਦਾ ਹੈ। ਪ੍ਰਭੂ ਹਮਾਰਾ ਸ਼ਾਸਤਰ ਸਾਉਣ। ਸਾਡੇ ਲਈ ਤਾਂ ਪਰਮਾਤਮਾ ਹੀ ਸ਼ਗਨਾਂ ਦਾ ਸ਼ਾਸਤਰ, ਭਾਵ ਚੰਗੇ ਮੰਦੇ ਸ਼ਗਨ ਅਪਸ਼ਗਨ ਦੱਸਣ ਵਾਲਾ ਹੈ।
ਜੋਤਿਸ਼ ਸ਼ਾਸਤਰ ਹੈ। ਸੁਖ ਸਹਿਜ ਆਨੰਦ ਗ੍ਰਹਿ ਭਾਉਣ। ਸਾਡੇ ਹਿਰਦੇ ਰੂਪੀ ਘਰ ਅਤੇ ਭੌਣ ਸਰੀਰ ਵਿੱਚ ਅਚੁੱਤ ਸੁਖ ਅਤੇ ਆਨੰਦ ਪ੍ਰਾਪਤ ਹੋਇਆ ਹੈ। ਇਸੇ ਪ੍ਰਕਾਰ ਸੁਖ ਸਹਿਜ ਆਨੰਦ ਗ੍ਰਹਿ ਭਾਉਣ। ਭੌਣ ਸੰਸਾਰ ਅਤੇ ਗ੍ਰਸਥ ਘਰ ਵਿੱਚ ਸਹਿਜ ਹੀ ਸੁਖ ਸਰੂਪ ਹੈ, ਪ੍ਰਭੂ ਦਾ ਆਨੰਦ ਪ੍ਰਾਪਤ ਹੋਇਆ ਹੈ। ਇਸੇ ਪ੍ਰਕਾਰ ਸੁਖ ਸਹਿਜ ਆਨੰਦ ਗ੍ਰਹਿ ਭਾਉਣ। ਜਦੋਂ ਸਾਧ ਸੰਗਤ ਰੂਪ ਘਰ ਦੇ ਆਸਰੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋਈ, ਤਦੋਂ ਅਚੁੱਤ ਸੁਖ ਰੂਪੀ ਪਰਮਾਤਮਾ ਦਾ ਆਨੰਦ ਪ੍ਰਾਪਤ ਹੋ ਗਿਆ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਰਸਨਾ ਨਾਮ ਕਰਨ ਸੁਣ ਜੀਵੇ। ਅਸੀਂ ਜ਼ਬਾਨ ਕਰਕੇ ਵੀ ਪਰਮਾਤਮਾ ਦਾ ਨਾਮ ਜਪਦੇ ਹਾਂ ਅਤੇ ਕੰਨਾਂ ਦੁਆਰਾ ਵੀ ਪ੍ਰਭੂ ਦਾ ਨਾਮ ਸਰਵਣ ਕਰਕੇ ਆਤਮਿਕ ਜੀਵਨ ਵੱਲ ਜਿਉਣਾ ਕਰਦੇ ਹਾਂ। ਪ੍ਰਭ ਸਿਮਰ ਸਿਮਰ ਅਮਰ ਥਿਰ ਥੀਵੇ। ਸਿਮਰਨ ਯੋਗ ਪਰਮਾਤਮਾ ਨੂੰ ਸਿਮਰ ਸਿਮਰ ਯਾਦ ਕਰਕੇ ਮ੍ਰਿਤੂ ਤੋਂ ਰਹਿਤ ਜੀਵਨ ਪਦਵੀ ਦੁਆਰਾ ਮਨ ਅਸਥਿਤ ਹੋ ਗਿਆ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਜਿਹੜੇ ਕਲਯੁਗ ਦੇ ਕਲਪਨਾ ਕਲੇਸ਼ ਮਨ ਦੇ ਵਿੱਚ ਚੱਲ ਰਹੇ ਨੇ, ਪਾਤਸ਼ਾਹ ਜੀ ਕਥਨ ਕਰਦੇ, ਜੇ ਸਿਮਰਨ ਕਰੋਗੇ ਤਾਂ ਤੁਹਾਡੇ ਮਨ ਦੇ ਵਿੱਚ ਜਿਹੜੇ ਉਹ ਚੱਲ ਰਹੇ ਨੇ ਕਲਪਨਾ ਕਲੇਸ਼ ਉਹ ਮਿਟ ਜਾਣਗੇ। ਪਾਤਸ਼ਾਹ ਦਾ ਬਚਨ ਹੈ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਇਹ ਮੇਰੇ ਪਿਆਰੇ ਗੁਰੂ ਦੇ ਸਿੱਖਾ, ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਇੱਕ ਵਾਹਿਗੁਰੂ ਦਾ ਸਿਮਰਨ ਕਰ, ਕਲ ਕਲੇਸ਼ ਲੋਭ ਮੋਹ ਮਹਾ ਭੁਜਲ ਤਾਰੇ। ਕਲਯੁਗ ਦੇ ਕਲੇ ਕਲੇਸ਼ ਕਲਪਨਾ ਜੋ ਤੇਰੇ ਮਨ ਦੇ ਵਿੱਚ ਚੱਲ ਰਹੇ ਨੇ, ਇਹ ਖਤਮ ਹੋ ਜਾਣਗੇ। ਇਸ ਵੱਡੇ ਸੰਸਾਰ ਸਮੁੰਦਰ ਤੋਂ ਤੂੰ ਤਰ ਜਾਵੇਂਗਾ ਅਤੇ ਮ੍ਰਿਤੂ ਤੋਂ ਰਹਿਤ ਜੀਵਨ ਪਦਵੀ ਦੁਆਰਾ ਤੇਰਾ ਮਨ ਸਥਿਤ ਹੋ ਜਾਵੇਗਾ। ਜਨਮ ਜਨਮ ਕੇ ਦੁਖ ਨਿਵਾਰੇ। ਸਾਡੇ ਜਨਮਾਂ ਜਨਮਾਂਤਰਾਂ ਦੇ ਦੁੱਖ ਕਸ਼ਟ ਪ੍ਰਭੂ ਨੇ ਨਿਵਰਤ ਕਰ ਦਿੱਤੇ ਨੇ, ਤੁਹਾਡੇ ਵੀ ਕਰ ਦੇਵੇਗਾ। ਅਨਹਦ ਸ਼ਬਦ ਵੱਜੇ ਦਰਬਾਰੇ। ਸਾਧ ਸੰਗਤ ਰੂਪ ਦੁਆਰ ਵਿੱਚ ਹੱਦ ਤੋਂ ਰਹਿਤ ਇੱਕ ਰਸ ਨਾਮ ਸਿਮਰਨ ਦੇ ਸ਼ਬਦ ਰੂਪ ਵਾਜੇ ਵਾਜਾਏ ਨੇ, ਜਾਂ ਸਤ ਸੰਗਤ ਵਿੱਚ ਇੱਕ ਰਸ ਗੁਰ ਉਪਦੇਸ਼ ਦੇ ਵਾਜੇ ਵੱਜਦੇ ਹਨ। ਕਰ ਕਿਰਪਾ ਪ੍ਰਭ ਲੀਏ ਮਿਲਾਏ। ਪਰਮਾਤਮਾ ਨੇ ਆਪਣੀ ਕਿਰਪਾ ਮਿਹਰ ਕਰਕੇ ਉਹ ਮਨੁੱਖ ਆਪਣੇ ਸਰੂਪ ਦੇ ਨਾਲ ਮਿਲਾਉਣਾ ਕੀਤੇ ਹਨ। ਨਾਨਕ ਪ੍ਰਭ ਸਰਨਾਗਤ ਆਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਹੜੇ ਮਨੁੱਖ ਲਗਨ ਸ਼ਗਨ ਨੂੰ ਛੱਡ ਕੇ ਪਰਮਾਤਮਾ ਦੀ ਸ਼ਰਨ ਵਿੱਚ ਆਏ ਹਨ, ਕਿਰਪਾ ਕਰਕੇ ਪਰਮਾਤਮਾ ਨੇ ਆਪਣੀ ਮਿਹਰ ਦੀ ਦ੍ਰਿਸ਼ਟੀ ਨਾਲ ਉਹਨਾਂ ਨੂੰ ਮਿਲਾ ਲਿਆ ਆਪਣੇ ਨਾਲ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੋਭਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਊਟ ਮਨੋਰਥ ਆਵਹਿ ਹਾਥ। ਇਹ ਭਾਈ ਪਰਮਾਤਮਾ ਦੇ ਨਾਮ ਸਿਮਰਨ ਨਾਲ ਗੁਰਮੁਖ ਜਨਾਂ ਦੇ ਕਰੋੜਾਂ ਹੀ ਮਨ ਦੇ ਫੁਰਨੇ ਹੱਥ ਵਿੱਚ ਆ ਜਾਂਦੇ ਨੇ, ਭਾਵ ਸਭ ਸੰਕਲਪ ਪੂਰੇ ਹੋ ਜਾਂਦੇ ਹਨ। ਰਾਮ ਮਾਰਗ ਕੈ ਸੰਗੀ ਪਾਥ। ਇਹ ਨਾਮ ਹੀ ਜਮਾਂ ਦੀ ਰਸਤੇ ਵਿੱਚ ਜੀਵ ਰੂਪ ਮੁਸਾਫਿਰ ਦਾ ਸਾਥੀ ਹੈ।
ਜਾਂ ਜਮਾਂ ਦੇ ਰਸਤੇ ਵਿੱਚ ਜੀਵ ਦਾ ਸੰਗੀ ਹੋ ਕੇ ਰੱਖਿਆ ਕਰਨ ਵਾਲਾ ਹੈ। ਜਾਂ ਜਿਵੇਂ ਅਰਜਨ ਦੀ ਰਥਵਾਈ ਕ੍ਰਿਸ਼ਨ ਜੀ ਸਨ, ਇਸੇ ਪ੍ਰਕਾਰ ਜੀਵ ਰੂਪ ਅਰਜਨ ਦਾ ਸਾਖੀ ਰੂਪ ਪਰਮਾਤਮਾ ਆਪ ਹੀ ਰਥਵਾਹੀ ਹੋ ਕੇ ਰੱਖਿਆ ਕਰਨ ਵਾਲਾ ਹੈ। ਜਾਂ ਪਾਂਥ ਜਲ ਦੀ ਨਿਆਈ, ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਪ੍ਰੇਮ ਹੈ। ਪਰਮਾਤਮਾ ਜਮਾਂ ਦੇ ਰਸਤੇ ਵਿੱਚ ਉਹਨਾਂ ਦਾ ਸੰਗੀ ਹੁੰਦਾ ਹੈ। ਜਾਂ ਜਮਾਂ ਦੇ ਰਸਤੇ ਨੂੰ ਮਿਟਣ ਵਾਸਤੇ ਪਰਮਾਤਮਾ ਦਾ ਨਾਮ ਹੀ ਔਸ਼ਧੀ ਰੂਪ ਹੋ ਕੇ ਸੰਗੀ ਹੈ ਅਤੇ ਕਾਮ ਆਦਿਕ ਵਿਕਾਰਾਂ ਤੋਂ ਮਿਟਣ ਵਾਲਾ ਪਤ ਪਰਹੇਜ ਰੂਪ ਹੈ। ਗੰਗਾ ਜਲ ਗੁਰ ਗੋਬਿੰਦ ਨਾਮ, ਗੁਰ ਪੂਜਨੀਕ ਗੋਬਿੰਦ ਪਰਮਾਤਮਾ ਦਾ ਨਾਮ, ਜਾਂ ਗੁਰਾਂ ਦੁਆਰਾ ਪਰਮਾਤਮਾ ਦਾ ਨਾਮ ਉਚਾਰਨਾ ਹੀ ਅਸਲ ਗੰਗਾ ਦਾ ਜਲ, ਗੰਗਾ ਦਾ ਪਾਣੀ ਹੈ। ਜਾਂ ਗੰਗਾ ਰੂਪ ਬਿਰਤੀ ਨੂੰ ਜਲ ਦੀ ਨਿਆਈ ਸ਼ਾਂਤ ਕਰਨ ਵਾਲਾ ਪੂਜਨੀਕ ਪਰਮਾਤਮਾ ਦਾ ਨਾਮ ਹੀ ਹੈ। ਜੋ ਸਿਮਰੈ ਤਿਸ ਕੀ ਗਤ ਹੋਵੈ, ਜੋ ਵੀ ਮਨੁੱਖ ਪਰਮਾਤਮਾ ਦਾ ਐਸਾ ਨਾਮ ਧਿਆਉਣਾ ਕਰਦਾ ਹੈ, ਤਿਸ ਮਨੁੱਖ ਦੀ ਕਲਿਆਣ ਹੋ ਜਾਂਦੀ ਹੈ। ਉਸ ਨਾਮ ਰਸ ਨੂੰ ਜੀਵਤ ਬਹੁੜ ਨਾ ਜੋਨ ਪ੍ਰਮਾਮ, ਪੀਣ ਨਾਲ ਮੁੜ ਕੇ ਜੂਨਾਂ ਦੇ ਵਿੱਚ ਭਰਮਣਾ ਨਹੀਂ ਹੁੰਦਾ। ਰਹਾ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਪੂਜਾ ਜਾਪ ਤਾਪ ਇਸਨਾਨ, ਪਰਮਾਤਮਾ ਦਾ ਨਾਮ ਹੀ ਸਾਡੇ ਲਈ ਪੂਜਾ, ਮੰਤਰਾਂ ਦਾ ਜਾਪ, ਤਪੱਸਿਆ ਅਤੇ ਤੀਰਥਾਂ ਆਦਿਕ ਦਾ ਇਸ਼ਨਾਨ ਹੈ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਸਿਮਰਤ ਨਾਮ ਭਏ ਨਹੀਂ ਕਾਮ, ਪਰਮਾਤਮਾ ਦਾ ਨਾਮ ਸਿਮਰ ਕੇ ਅਸੀਂ ਇਹਨਾਂ ਦੀ ਕਾਮਨਾ ਤੋਂ ਰਹਿਤ ਹੋ ਗਏ ਹਾਂ। ਰਾਜਮਾਲ ਸਾਧਨ ਦਰਬਾਰ, ਜੋ ਰਾਜ ਭਾਗ ਦੀ ਪ੍ਰਾਪਤੀ, ਮਾਲ ਹਾਥੀ ਘੋੜੇ ਆਦਿਕ ਵਿਭੂਤੀ, ਸਾਧਨ ਘਰ ਅਤੇ ਦਰਬਾਰ ਕਚਹਿਰੀਆਂ ਲਾਉਣੀਆਂ ਹਨ। ਸਿਮਰਤ ਨਾਮ ਪੂਰਨ ਆਚਾਰ, ਪਰਮਾਤਮਾ ਦਾ ਨਾਮ ਸਿਮਰਨ ਨਾਲ, ਆਰਾਧਨ ਕਰਨ ਨਾਲ ਇਹ ਸਾਰੇ ਆਚਾਰ ਕਰਤੱਵ ਪੂਰੇ ਹੋ ਜਾਂਦੇ ਨੇ। ਜਾਂ ਪਰਮਾਤਮਾ ਦਾ ਨਾਮ ਸਿਮਰ ਕੇ ਉਹਨਾਂ ਨੂੰ ਪੂਰਨ ਆਚਾਰ ਸ੍ਰੇਸ਼ਟ ਆਚਾਰ ਪ੍ਰਾਪਤ ਹੋਇਆ ਹੈ। ਨਾਨਕ ਦਾਸ ਇਹੋ ਕੀਆ ਵਿਚਾਰ, ਸਤਿਗੁਰੂ ਸਾਹਿਬ ਜੀ ਹਿੰਦਾਸਾ ਭਾਵ ਧਾਰਨ ਕਰਕੇ ਕਥਨ ਕਰਦੇ ਨੇ ਕਿ ਅਸੀਂ ਇਹੀ ਵਿਚਾਰ ਕੀਤਾ ਹੈ ਕਿ ਬਿਨ ਹਰਿ ਨਾਮ ਮਿਥਿਆ ਸਭ ਛਾਰ, ਹਰੀ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਸੰਸਾਰ ਮਿਥਿਆ ਝੂਠਾ ਅਤੇ ਸਵਾਰੂਪ ਹੈ। ਭੈਰਵ ਮਹਲਾ ਪੰਜਵਾ, ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਸ਼ਬਦ ਉਚਾਰ ਰਹੇ ਨੇ। ਲੇਪ ਨਾ ਲਾਗੂ ਤਿਲਕਾ ਮੂਲ, ਜਿਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ, ਉਸ ਸਮੇਂ ਤੋਂ ਹੀ ਪ੍ਰਿਥਵੀ ਬਹੁਤ ਖਿਜਿਆ ਰਹਿੰਦਾ ਸੀਗਾ ਅਤੇ ਉਸਨੇ ਬਾਲ ਸਤਿਗੁਰਾਂ ਨੂੰ ਮਾਰਨ ਦੇ ਅਨੇਕਾਂ ਯਤਨ ਕੀਤੇ, ਪਰ ਸਭ ਵਿਅਰਥ ਹੀ ਗਏ। ਇੱਕ ਦਿਨ ਪ੍ਰਿਥਵੀ ਨੇ ਉਸ ਬ੍ਰਹਮਣ ਨੂੰ ਬੁਲਾਇਆ ਜੋ ਬਾਲ ਸਤਿਗੁਰਾਂ ਦਾ ਖਿਡਾਵਾ ਸੀ। ਉਸ ਨੂੰ ਪਾਸ ਬੁਲਾ ਕੇ ਪਹਿਲਾਂ ਉਸ ਦੀ ਬਹੁਤ ਵਡਿਆਈ ਕੀਤੀ ਤੇ ਫਿਰ ਉਸ ਨੂੰ 500 ਰੁਪਏ ਦਾ ਲਾਲਚ ਦੇ ਕੇ ਬਾਲ ਸਤਿਗੁਰਾਂ ਨੂੰ ਜ਼ਹਿਰ ਦੇਣ ਲਈ ਮਨਾਇਆ। ਉਹ ਦਿਨ ਐਸੇ ਸਨ 1 ਰੁਪਈਆ ਲੱਖ ਦੇ ਬਰਾਬਰ ਹੋਊਗਾ। ਮੇਰੇ ਖਿਆਲ ਮੁਤਾਬਕ 500 ਰੁਪਈਆ ਘੱਟ ਤੋਂ ਘੱਟ ਵੀ 5 ਲੱਖ ਦੇ ਬਰਾਬਰ ਹੋਊਗਾ।
क्योंकि रुपया तो देखने को मिलता नहीं सी। लोग भेडां ते बकरियां दे के गावां खरीदते सन, गावां दे के मझ लेंदे सीगे, मझ दे के घोड़ा लेना, इंज चीज़ां दे वट्टे सट्टे। असीं खुद आप दाने दुकान ते सुट के ते सौदा लेंदे रहे हैं। आ कुल्फियां गोले ते पतीसा तो आम ही, दाने फक्के वेच के घर दा तांबा तूंबा कूड़ कबाड़ जा दे के फिर चीज़ लईदी सी। कदे मिलना 10 पैसे, रुपये इन्हां दा बड़ा खुश हो जाईदा सी। वो टाइम दे वेखो अज तो 500 साल पहलां दा है। 500 रुपया उन्हां दिनां दा सुपारी दिती गुरु हरगोबिंद साहब नूं खत्म करन दी प्रथी ने, लालची ब्राह्मण नूं। वो जिहड़ा ब्राह्मण सी पैसिਆਂ ਦੇ लालच ਵਿੱਚ आ के मन गया, तदों प्रथी ने आप उसनूं ਜ਼ਹਿਰ लिया के दिता। तदों ब्राह्मण महलों में गया, सतगुरु साहब हेठां विराजमान सन। ये बाल सतगुरु जी नूं खिडाउण अते दही खवाउण दे बहाने चबारे च लैके चढ़ गया। दही का कटोरा लैके बड़ी हुशियारी नाल उहदे ਜ਼ਹਿਰ मिला के बाल सतगुरां दे पास लै गया। श्री गुरु हरगोबिंद साहब जी उसके भेत नूं समझ के जान बुझ के मुख नूं फेरी जान, जिस तरह न्याणे करते ने, हथ जिहा मारन भी परां कर मैं नहीं खाना, आपदा मूँह घुमा लैन। तदों उस ब्रह्म ने बाल सतगुरां दा मूँह फड़ के बदो बदी हेठां तो फड़ के ते चमचा दही दा विच पाउणा चाहया, खवाना चाहया। सतगुरु जी माड़े मोटे नहीं सी, आम न्याणियां वां कमजोर जे, चंगा महाराज दा जुस्सा, तगड़ा शरीर सीगा बचपन दे विच भी। तदों गुरु हरगोबिंद साहब महाराज ने एक तानू बाह मारी भी परां हो, ते उच्ची सारी महाराज जी ने चीख मारी। कदी गुरु महाराज रोए नहीं सीगे। माता गंगा जी ने सतगुरां नूं कहा कि साडा बाल कदे भी इस तरह रोया नहीं, ये की कारण। तदों सतगुरां ने एक दास भेज के गुरु अर्जन साहब जी ने बाल सतगुरां नूं हेठां बुला लिया। वो ब्राह्मण भी नाल ही उतर आया तो उन्हें कहा कि सतगुरु जी मैं इन्हां नूं दही खवा रहा पर ये खा नहीं रहे। तदों श्री गुरु अर्जन देव जी ने बाल गुरु हरगोबिंद साहब जी नूं अपनी गोद विच बिठा के उही कटोरा ब्राह्मण वाला जिस च दही पाया होया सी आ फड़ के खवाउणा चाहया, पर फिर भी गुरु महाराज ने मना कर दिता। आपदा मुख रुखा जिहा करके ते परां नूं हो गए। तदों सतगुरां ने पलंगे पास बैठे छोटे कद वाली जात दे पिस्ता नामी एक कुत्ते नूं, जिहड़ा पिस्ता कुत्ता गुरु अर्जन साहब जी दे पलंगे हेठ बैठा रहिंदा सी। जद भी गुरु जी चलदे महाराज दे पिछे पिछे जांदा, नाल नाल रहिंदा सीगा। ते उस कुत्ते नूं उहदे बर्तन दे विच ओह दही पा दिता खिलाउण लई। आख्या गुरमुखा ते दही तूं छक लै। उस कुत्ते ने सुंघिया ते आपदी बूथी गुरु जी वल कीती। हुण बोल तां सकदा नहीं सीगा, फुरकड़ा जिहा मारिया, सिर हिला के कहंदा मैं नहीं खाना, सुंघ के छड्ड दिता। महाराज कहंदे सानूं पता है आ जिहड़े कुत्ते बिल्ले हुंदे ने बंदियां नालों सियाणे हुंदे ने, सतगुरु तां बड़ा अंतरजामी ने, पर ये कुत्ते बिल्ले इन्हां नूं रब दी बख्श हुंदी है, इन्हां नूं सारा पता हुंदा है। एयरपोर्टां ते पुलिस वालियां ने बकायदा रैंक दिते हुए ने, कोई थानेदार, कोई इंस्पैक्टर, कोई सिपाही, कुत्तियां दे रैंक ने। वो टैची केस दे नाल नक लाउंदियां सारी सौं के दस देणगे भी इहदे च समैक है, फीम है, भंग है, पोस्त है, जिहदे च हथियार ने। इउं महाराज दा कुत्ता जिहड़ा सीगा ओह तां वैसे ही अंतरजामी होगा। उन्हें गुरु जी नूं समझाया कि महाराज भी मैं तां नहीं खाना भी इहदे च नुक्स है, कोई जहर आदक पिया होएगा। महाराज कहंदे सानूं पता है, तू ये दही खा ला, ये साडा काम समझ के काम कर दे।
ਜੇ ਤੂੰ ਚੜ੍ਹਾਈ ਕਰ ਗਿਆ ਅਸੀਂ ਤੈਨੂੰ ਮੁਕਤ ਕਰ ਦੇਵਾਂਗੇ। ਜਦ ਮਹਾਰਾਜ ਨੇ ਇਸ ਤਰ੍ਹਾਂ ਆਖਿਆ, ਉਹ ਕੁੱਤੇ ਨੇ ਜੀ ਦਹੀਂ ਖਾ ਲਿਆ, ਜਿਸ ਕਰਕੇ ਉਹ ਕੁਝ ਸਮੇਂ ਦੇ ਵਿੱਚ ਹੀ ਤੜਫ ਕੇ ਵਿਚਾਰਾ ਕਦੀ ਅੰਦਰ ਜਾਏ, ਕਦੀ ਬਾਹਰ ਨੂੰ ਨਿਕਲੇ, ਕਦੀ ਕੰਧ ਨਾ ਵੱਜੇ, ਕਦੀ ਸੱਜੇ ਕਦੀ ਖੱਬੇ, ਮੂੰਹ ਚੋਂ ਝੱਗ ਵਗੀ ਜਾਏ, ਪੇਟ ਨੂੰ ਦਰਦ ਹੋਈ ਵਿਚਾਰੇ ਦੇ, ਬੜੀ ਮੁਸ਼ਕਿਲ ਤੜਫ ਕੇ ਉਹਦੀ ਜਾਨ ਨਿਕਲੀ। ਮਹਾਰਾਜ ਦੇ ਚਰਨਾਂ 'ਚ ਡਿੱਗ ਪਿਆ, ਕਹਿੰਦਾ ਮਹਾਰਾਜ ਬਖਸ਼ ਲਓ। ਥਾਂ ਮਰ ਗਿਆ ਥੋੜੇ ਚਿਰ 'ਚ, ਕਿਉਂਕਿ ਜ਼ਹਿਰ ਤੇਜ਼ ਬੜਾ ਸੀਗਾ। ਤਦੋਂ ਸਤਿਗੁਰਾਂ ਨੇ ਉਸ ਬ੍ਰਾਹਮਣ ਨੂੰ ਕਿਹਾ ਕਿ ਤੂੰ ਕੀ ਖੋਟਾ ਕੰਮ ਕਰਨ ਲੱਗਾ ਸੀ ਓਏ? ਜਿਸ ਤਰ੍ਹਾਂ ਸਾਡਾ ਕੁੱਤਾ ਮਰਿਆ, ਜੇ ਤੇਰਾ ਇਸ ਤਰ੍ਹਾਂ ਢਿੱਡ 'ਚ ਸੂਲ ਹੋਏ ਤੈਨੂੰ ਪਤਾ ਲੱਗੇ, ਰੱਬ ਕਰੇ ਇਸ ਤਰ੍ਹਾਂ ਦਾ ਦੁੱਖ ਤੈਨੂੰ ਵੀ ਲੱਗੇ, ਤੈਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਜ਼ਹਿਰ ਖਾ ਕੇ ਜਾਨ ਨਿਕਲਦੀ ਹੈ। ਬਸ ਮਹਾਰਾਜ ਦੇ ਬਚਨ ਨਿਕਲਣ ਦੀ ਦੇਰ ਉਹ ਬ੍ਰਾਹਮਣ ਨੂੰ ਪੇਟ 'ਚ ਇਹੋ ਜਿਹਾ ਸੂਲ ਹੋਇਆ, ਕੁੱਤੇ ਨੂੰ ਵੀ ਭੈੜਾ, ਤੇ ਦਰਦ ਨਾਲ ਉਹ ਵੀ ਤੜਫ ਕੇ ਉੱਥੇ ਹੀ ਮਰ ਗਿਆ। ਮਾਤਾ ਗੰਗਾ ਜੀ ਭੱਜੀ ਆਈ, ਉਹਨੇ ਵੇਖਿਆ ਵੀ ਆਹ ਕੀ ਬਣਿਆ, ਬਾਹਮਣ ਮਰ ਗਿਆ। ਮਹਾਰਾਜ ਨੂੰ ਹੱਥ ਜੋੜੇ, ਪੈਰ ਫੜੇ, ਕਹਿੰਦੇ ਮਹਾਰਾਜ ਆ ਕੀ ਹੋਇਆ? ਲੋਕਾਂ ਨੂੰ ਤਾਂ ਹੁਣ ਕੁਛ ਪਤਾ ਨਹੀਂ ਹੈ, ਲੋਕ ਕਹਿਣਗੇ ਕਿ ਗੁਰਦੁਆਰੇ ਬਾਹਮਣ ਮਾਰਤਾ ਮਹਾਰਾਜ ਨੇ। ਹੁਣ ਦੁਨੀਆ ਨੂੰ ਕੀ ਪਤਾ ਵੀ ਜ਼ਹਿਰ ਦੇਣ ਲੱਗਾ ਸੀਗਾ? ਨਾ ਹੁਣ ਕਨਫਰਮ ਹੋਇਆ ਵੀ ਇਹਨੂੰ ਭੇਜਿਆ ਕਿੰਨੇ, ਕਿਉਂਕਿ ਇਹਦਾ ਤਾਂ ਸਾਡੇ ਨਾਲ ਵੈਰ ਕੋਈ ਨਹੀਂ। ਮਹਾਰਾਜ ਵੀ ਇਹਦਾ ਕੰਮ ਮਾੜਾ ਹੋਇਆ, ਤੁਸੀਂ ਕਿਰਪਾ ਕਰੋ ਇਹਨੂੰ ਜੀਵਤ ਕਰ ਦਿਓ, ਨਹੀਂ ਤੇ ਬ੍ਰਹਮ ਹੱਤਿਆ ਦਾ ਦੋਸ਼ ਲੱਗੂਗਾ। ਨਾਲੇ ਇਹਦੇ ਕੋਲੋਂ ਪੁੱਛੋ ਵੀ ਬੁੱਝੜਾ ਤੂੰ ਬਾਲ ਹਰਗੋਬਿੰਦ ਸਾਹਿਬ ਨੂੰ ਕਿਉਂ ਮਾਰਨ ਦਾ ਯਤਨ ਕੀਤਾ, ਤੈਨੂੰ ਭੇਜਿਆ ਕਿੰਨੇ, ਦੱਸੂਗਾ ਫਿਰ ਆਪੇ। ਫਿਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹ ਜਿਉਂਦਾ ਵੀ ਹੋ ਗਿਆ ਸੀਗਾ, ਪਰ ਅਜੇ ਮਰਿਆ ਸਮਝੋ। ਉਹਦੇ ਮਰੇ ਤੋਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਭੈਰੋਂ ਰਾਗ ਵਿੱਚ ਪੰਜਵੇਂ ਪਾਤਸ਼ਾਹ ਇਹ ਸ਼ਬਦ ਉਚਾਰਨ ਕਰ ਰਹੇ ਹਨ। ਲੀਪ ਨ ਲਾਗੋ ਤਿਲਕਾ ਮੂਲ। ਇਹ ਭਾਈ ਬਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਤਿਲ ਮਾਤਰ ਉੱਕਾ ਹੀ ਜ਼ਹਿਰ ਦਾ ਲੇਪ ਨਹੀਂ ਲੱਗਿਆ, ਭਾਵ ਕੋਈ ਅਸਰ ਨਹੀਂ ਹੋਇਆ। ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਵੇਖੋ ਕੁੱਤੇ ਨੇ ਤਾਂ ਜ਼ਹਿਰ ਖਾ ਲਿਆ ਤੇ ਉਹ ਮਰ ਗਿਆ, ਤੇ ਬ੍ਰਾਹਮਣ ਨੇ ਕੁਛ ਵੀ ਨਹੀਂ ਖਾਧਾ, ਉਹ ਫਿਰ ਵੀ ਢਿੱਡ ਪੀੜ ਨਾਲ ਮਰਿਆ। ਇਹਦਾ ਭਲਾ ਮਤਲਬ ਕੀ ਨਿਕਲਿਆ, ਤੁਸੀਂ ਦੱਸੋ? ਇਹਦਾ ਮਤਲਬ ਇਹ ਨਿਕਲਿਆ ਕਿ ਜਿਹੜਾ ਬੰਦਾ ਕਿਸੇ ਲਈ ਖੂਹ ਪੁੱਟਦਾ, ਪਹਿਲਾਂ ਉਹਦੇ ਚਾਪ ਡੇਕ ਕੇ ਮਰਦਾ, ਜਾਂ ਜਿਹਨੂੰ ਮਾਰਦਾ ਫਿਰ ਉਹ ਸ਼ਾਂਤੀ ਨਾਲ ਜੀਉ ਨਹੀਂ ਸਕਦਾ, ਉਹਨੂੰ ਵੀ ਜਾਨ ਦੇਣੀ ਪੈਂਦੀ ਹੈ। ਇਸ ਲਈ ਪੰਜਵੇਂ ਪਾਤਸ਼ਾਹ ਨੇ ਬੜੀ ਕੰਮ ਦੀ ਗੱਲ ਸਮਝਾਈ ਹੈ ਕਿ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਇਹ ਮੇਰੇ ਭਰਾਵੋ, ਮੇਰੇ ਮਿੱਤਰੋ, ਤੁਸੀਂ ਗੁਰਦੁਆਰੇ ਆਏ ਹੋ, ਕੱਖ ਨਾ ਕਰੋ, ਬੈਠੇ ਰਹੋ, ਸੁੱਤੇ ਰਹੋ, ਸੇਵਾ ਵੀ ਨਾ ਕਰੋ, ਪਾਠ ਵੀ ਨਾ ਕਰੋ, ਵਾਹਿਗੁਰੂ ਵੀ ਨਾ ਆਖੋ, ਬਸ। ਪਰ ਤੁਸੀਂ ਮੇਰੇ ਕੋਲ ਆਏ ਹੋ, ਇੱਕ ਗੱਲ ਪੱਲੇ ਬਣ ਕੇ ਲੈ ਜਾਓ, ਨਹੀਂ ਦਾਨ ਪੁੰਨ ਹੁੰਦਾ ਨਾ ਕਰੋ, ਕੁਛ ਵੀ ਨਾ ਕਰੋ, ਪਰ ਘੱਟੋ ਘੱਟ ਕਿਸੇ ਦਾ ਬੁਰਾ ਤਾਂ ਨਾ ਸੋਚੋ, ਬੁਰਾ ਨਾ ਕਰੋ। ਜਿਹੜੇ ਕਰਮ ਪਿੱਛੇ ਕੀਤੇ ਉਹ ਤਾਂ ਆਪਾਂ ਮਾੜੇ ਚੰਗੇ ਭੋਗ ਰਹੇ ਹਾਂ, ਔਖੇ ਸੌਖੇ। ਹੁਣ ਤਾਂ ਸਮਝ ਜਾਓ, ਗੁਰਮੁਖ ਬਣੋ, ਆਪਦੇ ਭਰਾ ਨੂੰ, ਆਪਦੇ ਮਿੱਤਰ ਨੂੰ ਕੋਈ ਬੁਰੀ ਸਿੱਖਿਆ ਨਹੀਂ ਦਿੰਦਾ। ਤੁਸੀਂ ਮੇਰੇ ਭਰਾ ਲੱਗਦੇ ਹੋ, ਤੁਸੀਂ ਮੇਰੇ ਮਿੱਤਰ ਹੋ। ਇੱਕੋ ਹੀ ਗੱਲ ਪੱਲੇ ਬਣ ਕੇ ਲੈ ਜਾਓ ਕਿ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੇ। ਸੁੱਖ ਲੈਣ ਆਏ ਹੋ ਨਾ, ਕਿਸੇ ਪਰਾਏ ਦਾ ਬੁਰਾ ਨਾ ਸੋਚੋ, ਨਾ ਕਰੋ, ਨਾ ਤੱਕੋ, ਤਾਂ ਤੁਹਾਨੂੰ ਕਦੀ ਵੀ ਦੁੱਖ ਨਹੀਂ ਲੱਗੇਗਾ। ਰਾਤ ਨੂੰ ਸੁੱਖ ਦੀ ਨੀਂਦੇ ਸੌਵੋਗੇ, ਆਪਦੇ ਨੀਂਦੇ ਅੰਮ੍ਰਿਤ ਵੇਲੇ ਸਵਖਤੇ ਉਠੋਗੇ। ਜੇ ਤੁਸੀਂ ਗਵਾਂਢੀ ਦਾ ਬੁਰਾ ਸੋਚਿਆ, ਧਾਗਾ ਤਵੀਤ ਜਾਦੂ ਟੂਣਾ ਕੁਛ ਵੀ ਕੀਤਾ, ਕਿਸੇ ਦਾ ਕਤਲ ਜਾਂ ਕਿਸੇ ਨੂੰ ਦੁੱਖ ਪਰੇਸ਼ਾਨ ਕਰਕੇ, ਉਹਨੂੰ ਦੁਖੀ ਕਰਕੇ ਉਹਨੂੰ ਮਰਨ ਲਈ ਮਜਬੂਰ ਕਰ ਦਿੱਤਾ, ਜਿਵੇਂ ਅੱਜ ਕੱਲ੍ਹ ਨੂੰਹਾਂ ਧੀਆਂ, ਲੋਕ ਵੇਖੋ ਘੱਟੋ ਘੱਟ ਵੀ 50 ਲੱਖ ਰੁਪਈਆ ਜੇ ਟੱਬਰ ਲਾਵੇ ਤਾਂ ਕੁੜੀ ਦਾ ਵਿਆਹ ਹੁੰਦਾ ਹੈ। 30-35 ਲੱਖ ਤੋਂ ਤਾਂ ਘੱਟ ਵਿਆਹ ਪੈਂਦਾ ਹੀ ਨਹੀਂ।
ਕਰਜ਼ਾ ਚੁੱਕ ਕੇ ਲੋਕ ਭਾਵੇਂ ਦੁਖੀ ਹੋ ਜਾਣ, ਪਰ ਲੋਕ ਕੀ ਕਹਿਣਗੇ? ਦਾਜ ਵਰੀ ਸੋਨਾ ਚਾਂਦੀ ਗੱਡੀ ਮੋਟਰ, ਰੋਟੀ ਪਾਣੀ ਨਹੀਂ ਮਾਣ, ਸਭ ਕੁਝ ਦੇਣਾ ਪੈਂਦਾ। ਤੇ ਕਿੰਡੇ ਬੈਂਡ ਬਾਜਿਆਂ ਦੇ ਨਾਲ ਨੂੰਹਾਂ ਵਿਆਹ ਕੇ ਲਿਆਈ ਦੀਆਂ, ਆਉਂਦਿਆਂ ਸਾਰੀ ਸੱਸ ਤੜਿੰਗ ਹੋ ਜਾਂਦੀ, ਪਤਾ ਨਹੀਂ ਕੀ ਉਹਨੂੰ ਸੱਪ ਸੁੰਘ ਜਾਂਦਾ। ਕਈ ਵਿਚਾਰੀਆਂ ਪਰੇਸ਼ਾਨ ਹੋ ਕੇ ਫਾਹ ਲੈ ਲੈਂਦੀਆਂ, ਕੋਈ ਡੁੱਬ ਕੇ ਮਰ ਜਾਂਦੀਆਂ। ਵੈਸੇ ਇਹ ਕੰਮ ਕਰਨਾ ਸਹੀ ਨਹੀਂ ਗਾ। ਅਗਲੇ ਨੂੰ ਦੱਸਣਾ ਚਾਹੀਦਾ ਵੀ ਅਸੀਂ ਵੀ ਇਨਸਾਨ ਆ, ਫਿਰ ਜਿਸ ਤਰ੍ਹਾਂ ਦਾ ਹੋਵੇ ਉਹ ਉਸ ਤਰ੍ਹਾਂ ਦਾ ਸਮਾਂ ਕੱਟੇ। ਜ਼ਿੰਦਗੀ ਨਾਮ ਹੀ ਸੰਘਰਸ਼ ਦਾ ਹੈ, ਸੰਘਰਸ਼ ਕਰੇ। ਮਰ ਕੇ ਦੁੱਖ ਨਹੀਂ ਨਿਬੜਦਾ, ਅੱਗੇ ਹੋਰ ਦੁੱਖ ਪੈਂਦੇ ਨੇ। ਪਰ ਦੁਨੀਆ ਬੜੀ ਖਰਾਬ ਹੈ, ਬਦੋ ਬਦੀ ਬੰਦੇ ਨੂੰ ਮਾਰ ਸੁੱਟਦੀ ਹੈ। ਇਹੋ ਜਿਹਾ ਕੋਈ ਕੰਮ ਕਰਦਾ ਉਹ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ, ਸਾਰੀ ਜ਼ਿੰਦਗੀ ਜੇਲ੍ਹਾਂ 'ਚ ਕੱਟਣੀ ਪੈਂਦੀ ਹੈ। ਇਸ ਵਾਸਤੇ ਬੁਰੇ ਸੁਭਾਅ ਵਾਲੇ, ਬੁਰੇ ਆਚਰਨ ਵਾਲੇ ਵੀ ਐਸਾ ਕੰਮ ਕਰਦੇ ਨੇ। ਮਹਾਰਾਜ ਕਹਿੰਦੇ ਨੇ ਕਿ ਜਿਹੜਾ ਪਰਾਏ ਦਾ ਬੁਰਾ ਕਰਦਾ ਜਾਂ ਸੋਚਦਾ, ਉਹਨੂੰ ਮਰਨਾ ਪੈਂਦਾ ਹੈ, ਉਹਨੂੰ ਸੁੱਖ ਨਹੀਂ ਮਿਲਦਾ। ਵੇਖੋ ਇਹ ਦੁਸ਼ਟ ਭੈੜਾ ਬਾਹਮਣ ਪੇਟ 'ਚ ਤਿੱਖੀ ਪੀੜ ਹੋਣ ਕਰਕੇ ਮਰ ਗਿਆ ਜੇ। ਇੰਨਾ ਚਿਰ ਇਹ ਬ੍ਰਾਹਮਣ ਸਿੱਖ ਸੰਗਤਾਂ 'ਚ ਰਿਹਾ ਹੈ, ਪਰ ਇਹਨੂੰ ਕਦਾਚਿਤ ਵੀ ਤਿਲ ਮਾਤਰ ਦੀ ਗੁਰਮੁਖਤਾਈ ਦਾ ਲੇਪ ਨਹੀਂ ਲੱਗਾ, ਅਸਰ ਹੀ ਨਹੀਂ ਹੋਇਆ। ਬਾਹਮਣ ਕਿਸੇ ਦੇ ਮਿੱਤ ਨਹੀਂ ਹੁੰਦੇ। ਸੱਪਾਂ ਵਰਗੀ ਜ਼ਿੰਦਗੀ ਹੈ, ਸੱਪ ਨੂੰ ਦੁੱਧ ਪਿਆਓ ਉਹ ਡਾਂਗੀ ਮਾਰੂਗਾ। ਬਿੱਛੂ ਵਰਗਾ ਇਹਨਾਂ ਦਾ ਸੁਭਾਅ ਹੁੰਦਾ ਹੈ, ਭਲਾ ਵੀ ਕਰੋ ਤਾਂ ਵੀ ਬੁਰਾਈ ਸੋਚਣਗੇ। ਇਸ ਬਾਹਮਣ ਨੇ ਵੇਖੋ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦਿੱਤਾ, ਦੇ ਹੀ ਦਿੱਤਾ। ਉਹਦਾ ਮਹਾਰਾਜ ਤਗੜੇ ਸੀ ਵੀ ਹੱਥ ਪੱਲਾ ਮਾਰ ਕੇ ਬਚ ਬੁਝ ਗਏ, ਤੇ ਗੰਗੂ ਬ੍ਰਾਹਮਣ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੀ ਕਰਵਾਤਾ। ਇਸ ਲਈ ਗੁਰਦੁਆਰੇ ਦੇ ਬ੍ਰਾਹਮਣ ਮਿੱਤ ਨਹੀਂ ਹੋ ਸਕਦੇ। ਮਹਾਰਾਜ ਨੇ ਆਖਿਆ ਇੰਨਾ ਚਿਰ ਬੰਦਾ ਵੇਖੋ ਸੰਗਤ 'ਚ ਰਿਹਾ, ਕੀਰਤਨ ਸੁਣਿਆ, ਕਥਾ ਸੁਣੀ, ਦਰਸ਼ਨ ਕੀਤੇ, ਪਰ ਇਹਨੂੰ ਗੁਰਮੁਖਤਾਈ ਦਾ ਲੇਪ ਹੀ ਨਹੀਂ ਲੱਗਾ, ਕੋਈ ਅਸਰ ਹੀ ਨਹੀਂ ਹੋਇਆ। ਇਹ ਦੁਸ਼ਟ ਸੁਭਾਅ ਵਾਲਾ ਬ੍ਰਾਹਮਣ ਸੂਲ ਰੋਗ ਹੋਣ ਕਰਕੇ ਮਰ ਗਿਆ ਜੇ। ਇਸ ਲਈ ਬ੍ਰਾਹਮਣਾਂ ਤੋਂ ਬਚ ਕੇ ਰਹੋ। ਨੜੀ ਮਾਰ ਕੁੜੀ ਮਾਰ ਸਿਰ ਗੁੰਮ, ਕੁੜੀ ਵਿੱਚ ਸਿਰ ਗੁੰਮ ਤੇ ਮੋਨੇ। ਇਹਨਾਂ ਤੋਂ ਵਿਸ਼ਵਾਸ ਨਾ ਕਰੋ, ਇਹਨਾਂ ਤੋਂ ਮਿਲ ਵਰਤਨ ਤੋਂ ਗੁਰੇਜ਼ ਕਰੋ। ਹਰ ਜਨ ਰਾਖੇ ਪਾਰ ਬ੍ਰਹਮ ਆਪ। ਹਰੀ ਦੇ ਜਨ ਪ੍ਰਭੂ ਦੇ ਭਗਤ ਪਰਮੇਸ਼ਰ ਨੇ ਆਪ ਹੀ ਰੱਖੇ ਹਨ। ਵੇਖੋ ਜਿਨ੍ਹਾਂ ਦੇ ਪਿਓ ਦਾਦਿਆਂ ਦੀ ਬੇਨਤੀ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਨਾਮੇ ਪਾਤਸ਼ਾਹ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਆਪ ਦਾ ਸੀਸ ਭੇਟਾ ਕੀਤਾ। ਉਹਨਾਂ ਦੇ ਪੁੱਤ ਪੁੱਤਰਿਆਂ ਭੀਮ ਚੰਦ ਵਰਗੇ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਦੇ ਘਰ ਵੀ ਟੇਕੇ ਨਹੀਂ ਬਹਿਣ ਦਿੱਤਾ। ਮਹਾਰਾਜ ਨੇ ਮੁੱਲ ਖਰੀਦੀ ਜ਼ਮੀਨ ਦੇ ਘਰ ਬਣਾਏ ਸੀਗੇ। ਦੁਨੀਆ ਵੇਖੋ ਕਿੰਨੀ ਖਰਾਬ ਹੈ, ਕਿਸੇ ਦਾ ਕੁਝ ਖਾਂਦਾ ਨਹੀਂ, ਕੋਈ ਕਿਸੇ ਦਾ ਚੀਜ਼ ਲਈ ਨਹੀਂ, ਕੋਈ ਕਿਸੇ ਦੇ ਝੂਠਾ ਕਬਜ਼ਾ ਨਹੀਂ ਕੀਤਾ। ਲੋਕ ਆਪਦੇ ਘਰ ਵੀ ਰੋਟੀ ਨਹੀਂ ਖਾਣ ਦਿੰਦੇ, ਵੇਖ ਕੇ ਰਾਜੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਤੋਂ ਕਢਾਇਆ, ਫੌਜਾਂ ਚੜਾਈਆਂ, ਵੱਡੇ ਸਾਹਿਬਜ਼ਾਦਿਆਂ ਨੂੰ ਚਮਕੌਰ ਦੀ ਜੰਗ ਵਿੱਚ ਸ਼ਹੀਦ ਕਰਵਾਇਆ। ਇਹ ਬਾਹਮਣਾਂ ਦੇ ਕਾਰਨਾਮੇ ਸੀਗੇ। ਇਸ ਲਈ ਰੱਬ ਤਾਂ ਬੜਾ ਬੇਅੰਤ ਹੈ, ਉਹ ਪ੍ਰਭੂ ਦੇ ਭਗਤ ਪਰਮੇਸ਼ਰ ਆਪ ਹੀ ਉਹਨਾਂ ਦੀ ਰੱਖਿਆ ਕਰਦਾ ਹੈ। ਪਾਪੀ ਮੂਆ ਗੁਰ ਪ੍ਰਤਾਪ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਕਰਕੇ ਇਹ ਪਾਪੀ ਬ੍ਰਾਹਮਣ ਸੂਲ ਰੋਗ ਭਾ ਪੇਟ ਵਿੱਚ ਭਿਆਨਕ ਦਰਦੀਆਂ ਚੋਭਾਂ ਪੈਣ ਨਾਲ ਮਰ ਗਿਆ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਆਪਣਾ ਖਸਮ ਜਨ ਆਪ ਧਿਆਇਆ। ਮਾਲਕ ਪ੍ਰਭੂ ਨੂੰ ਆਪਣਾ ਆਸਰਾ ਜਾਣ ਕੇ ਗੁਰਮੁਖ ਜਨਾਂ ਨੇ ਆਪ ਆਪਣੇ ਹਿਰਦੇ ਅੰਦਰ ਸਿਮਰਨਾ ਕੀਤਾ ਹੈ। ਧਿਆਣਾ ਪਾਪੀ ਉਹ ਆਪ ਪਜਾਇਆ। ਪਰ ਮੂਰਖ ਅਗਿਆਨੀ ਦੇ ਪਾਪ ਕਰਨ ਵਾਲਾ ਬ੍ਰਾਹਮਣ ਨਿਆਣਿਆਂ ਨੂੰ ਮਾਰਨ ਵਾਲਾ ਸਭ ਤੋਂ ਵੱਡਾ ਪਾਪੀ ਹੁੰਦਾ ਹੈ। ਉਹ ਪਾਪੀ ਬ੍ਰਾਹਮਣ ਹੈ, ਉਹ ਕਰਤਾ ਪੁਰਖ ਨੇ ਆਪ ਹੀ ਮਾਰ ਕੇ ਪਚਾਇਆ, ਨਾਸ਼ ਕਰ ਦਿੱਤਾ ਹੈ। ਰੱਬ ਮਾਤ ਪਿਤਾ ਆਪਣੇ ਦਾਸ
ਰਖਵਾਲਾ। ਪਰਮਾਤਮਾ ਮਾਂ ਬਾਪ ਦੀ ਤਰ੍ਹਾਂ ਆਪਣੇ ਸੇਵਕਾਂ ਦਾ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਰਖਿਅਕ ਹੈ। ਸੋਰਠ ਮਹਲਾ ਪੰਜਵਾ। ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ। ਹਰ ਗੋਬਿੰਦ ਨਵਾਂ ਨਿਰੋਆ। ਨਿੰਦਕਾ ਮਾਥਾ ਇਹਾ ਊਹਾ ਕਾਲਾ। ਨਿੰਦਿਆ ਕਰਨ ਵਾਲਿਆਂ ਦਾ ਮੱਥਾ ਜਾਂ ਮੁੱਖ ਇੱਥੇ ਉੱਥੇ ਭਾਵ ਲੋਕ ਪਰਲੋਕ ਵਿੱਚ ਕਲੰਕਿਤ ਹੁੰਦਾ ਹੈ। ਜਾਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਸਾਡੇ ਜਨਾਂ ਦੀ ਪਰਮੇਸ਼ਰ ਜੋ ਪਰਮ ਈਸ਼ਰਾਂ ਤੋਂ ਵੱਡਾ ਪਰਮਾਤਮਾ, ਉਹਨੇ ਅਰਦਾਸ ਬੇਨਤੀ ਸੁਣਨਾ ਕੀਤੀ ਹੈ। ਮਲੇਛ ਪਾਪੀ ਪਚਿਆ ਭਇਆ ਨਿਰਾਸ। ਵੈਸੇ ਮਲੇਸ਼ ਅੱਖਰ ਆਪਾਂ ਮੁਸਲਮਾਨਾਂ ਲਈ ਵਰਤਦੇ ਹਾਂ, ਪਰ ਬਾਬਾ ਫਰੀਦ ਸਾਹਿਬ ਜੀ ਮਲੇਸ਼ ਥੋੜੋ ਸਨ। ਕੱਲੇ ਮੁਸਲਮਾਨ ਹੀ ਮਲੇਸ਼ ਨਹੀਂ ਹੁੰਦੇ। ਮਲੇਸ਼ ਦਾ ਆਖਰੀ ਅਰਥ ਹੈ ਮੈਲੀ ਇੱਛਾ ਵਾਲਾ। ਭਾਵੇਂ ਉਹ ਬ੍ਰਾਹਮਣ ਹੈ ਤੇ ਭਾਵੇਂ ਉਹ ਸਾਡੇ ਸਿੱਖਾਂ ਦੇ ਵਿੱਚ ਕੋਈ ਵੀ ਹੈ। ਉਹ ਮੰਦੀ ਇੱਛਾ ਵਾਲਾ ਪਾਪੀ ਬ੍ਰਾਹਮਣ ਸੀਗਾ। ਉਹ ਮਾਯੂਸ ਹੋਇਆ, ਪਚਿਆ, ਮਰ ਗਿਆ। ਭਾਵ ਉਸ ਦੀ ਬਾਲ ਸਤਿਗੁਰਾਂ ਨੂੰ ਜ਼ਹਿਰ ਦੇਣ ਅਤੇ ਧਨ ਦੀ ਇੱਛਾ ਕਦੀ ਵੀ ਪੂਰੀ ਨਾ ਹੋ ਸਕੀ। ਇਸ ਤੋਂ ਉਪਰੰਤ ਮਾਤਾ ਗੰਗਾ ਜੀ ਨੇ ਸਤਿਗੁਰਾਂ ਦੇ ਚਰਨੀ ਬਹਿ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਇਹ ਤਾਂ ਬਹੁਤ ਉਪਦਰਵ ਹੋ ਜਾਵੇਗਾ। ਲੋਕ ਕੀ ਕਹਿਣਗੇ ਕਿ ਸਤਿਗੁਰਾਂ ਨੇ ਘਰ 'ਚ ਬ੍ਰਹਮ ਨੂੰ ਮਾਰ ਸੁੱਟਿਆ। ਸੋ ਤੁਸੀਂ ਮਰੇ ਹੋਏ ਨੂੰ ਜਿਉਂਦਾ ਕਰਨ ਵਾਲੇ ਹੋ, ਤੇ ਕਿਰਪਾ ਕਰਕੇ ਇਸ ਨੂੰ ਜਿਉਂਦਾ ਕਰੋ, ਨਾਲੇ ਪਤਾ ਲੱਗ ਸਕੇ ਇਹ ਕੰਮ ਕਿਸ ਨੇ ਕੀਤਾ। ਇਹਨੇ ਆਪ ਤਾਂ ਕੀਤਾ ਨੇ, ਕਿਸੇ ਹੋਰ ਨੇ ਇਹਦੇ ਪਾਸੋਂ ਕਰਵਾਇਆ ਹੈ, ਉਹਦਾ ਨਾਂ ਸਾਨੂੰ ਦੱਸੇਗਾ। ਅੰਤਰਜਾਮੀ ਸਤਿਗੁਰੂ ਜੀ ਸਭ ਕੁਝ ਜਾਣਦੇ ਵੀ ਸਨ। ਫਿਰ ਵੀ ਸਾਡੇ ਮਾਤਾ ਗੰਗਾ ਜੀ ਅਤੇ ਹੋਰ ਸੰਗਤਾਂ ਦੀ ਬੇਨਤੀ ਮੰਨ ਕੇ ਸਤਿਨਾਮ ਵਾਹਿਗੁਰੂ ਕਹਿ ਕੇ ਸਤਿਗੁਰੂ ਮੇਰਾ ਮਾਰ ਜੀ ਵੱਲ ਹੈ, ਸਤਿਗੁਰੂ ਮੇਰਾ ਸਰਬਪ੍ਰਤ ਫਲ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇ। ਉਹ ਭਾਵੇਂ ਪਾਪੀ ਸੀ, ਗੁਨਾਹਗਾਰ ਸੀਗਾ, ਪਰ ਮਹਾਰਾਜ ਨੇ ਫਿਰ ਵੀ ਉਸ ਨੂੰ ਜਿਉਂਦਾ ਕਰ ਦਿੱਤਾ। ਤਦੋਂ ਸਤਿਗੁਰਾਂ ਦੇ ਪੁੱਛਣ ਤੋਂ ਉਹਨੇ ਸਭ ਕੁਝ ਸੱਚ ਦੱਸ ਦਿੱਤਾ ਕਿ ਇਹ ਕੰਮ ਮੇਰੇ ਪਾਸੋਂ ਤੁਹਾਡੇ ਵੱਡੇ ਭਰਾਤਾ ਪ੍ਰਿਥੀਏ ਨੇ ਕਰਵਾਇਆ, ਤੇ ਮਹਾਰਾਜ 500 ਰੁਪਏ ਦਾ ਲਾਲਚ ਦਿੱਤਾ ਹੈ। ਫਿਰ ਪ੍ਰਿਥੀਏ ਕੋਲੋਂ ਪੁੱਛਿਆ ਤਾਂ ਉਹਨੇ ਕਿਹਾ, ਤੁਸੀਂ ਜਾਣ ਬੁੱਝ ਕੇ ਮੇਰੇ ਉੱਪਰ ਦੋਸ਼ ਆਰੋਪਦੇ ਹੋ। ਤੇ ਹੋਰ ਬੁਰੇ ਭਲੇ ਸ਼ਬਦ ਕਹਿ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਚਲਾ ਗਿਆ। ਉਸ ਤੋਂ ਬਾਅਦ ਉਹ ਮੁੜ ਕੇ ਸ੍ਰੀ ਅੰਮ੍ਰਿਤਸਰ ਨਹੀਂ ਆਇਆ, ਕਿਉਂਕਿ ਮੂੰਹ ਵਿਖਾਉਣ ਜੋਗਾ ਨਹੀਂ ਸੀ ਰਹਿ ਗਿਆ। ਵੈਸੇ ਇਹੋ ਜਿਹੇ ਲੋਕ ਇਹਨਾਂ ਖਾਧੀਆਂ ਪੀਤੀਆਂ ਹੁੰਦੀਆਂ, ਤੇ ਪਰ ਲੜਾਈ ਝਗੜਾ ਉਪਦਰਵ ਖੜਾ ਕਰਨ ਲਈ ਕਿ ਮੈਂ ਹੁਣ ਸਰਕਾਰੀ ਦਰਬਾਰੇ ਫਰਿਆਦ ਕਰਾਂਗਾ, ਤੁਸੀਂ ਮੈਨੂੰ ਰਹਿਣ ਵੀ ਨਹੀਂ ਦਿੰਦੇ, ਮੇਰੇ ਤੇ ਝੂਠੀਆਂ ਤੋਹਮਤਾਂ ਲਾਉਂਦੇ ਹੋ। ਇਸ ਤਰ੍ਹਾਂ ਜਿਹੜੀ ਰਾਜਨੀਤੀ ਆ ਉਹ ਇਹ ਕਹਿੰਦੀ ਆ ਵੀ ਜੇ ਤੁਸੀਂ ਝੂਠੇ ਹੋ ਤੇ ਅਗਲੇ ਦੇ ਚਾਰੇ ਪੌੜ ਚੌਕੇ ਪੈ ਜਾਓ, ਮਤਲਬ ਬੋਲਣ ਹੀ ਨਾ ਦਿਓ ਸੱਚੇ ਬੰਦੇ ਨੂੰ। ਆਪ ਪਹਿਲਾਂ ਹੀ ਬੋਲਣ ਲੱਗ ਪਓ, ਉਹਦੇ ਨਾਲ ਝਗੜਾ ਹੀ ਕਰ ਲਓ ਤੇ ਆਪਣੇ ਆਪ 'ਚ ਸੱਚੇ ਬਣ ਜਾਓਗੇ। ਇਸ ਤਰ੍ਹਾਂ ਝੂਠਾ ਬੰਦਾ ਬਹੁਤਾ ਬੋਲਦਾ ਹੈ ਤੇ ਲੜਾਈ ਕਰਦਾ, ਸੱਚੇ ਬੰਦੇ ਤੋਂ ਵਿਚਾਰੇ ਨੂੰ ਗੱਲ ਹੀ ਨਹੀਂ ਕੋਈ ਆਉਂਦੀ, ਉਹਦਾ ਚਾਰ ਬੰਦਿਆਂ 'ਚ ਬੋਲ ਨਹੀਂ ਸਕਦਾ। ਇਸ ਲਈ ਸੋ ਮਹਾਰਾਜ ਭੋਲੇ ਭਾਲੇ ਸੀਗੇ, ਸੱਚੇ ਸੀਗੇ। ਉਹਨਾਂ ਬਸ ਇੰਨਾ ਗਿਆ ਵੀ ਬਾਬਾ ਜੀ ਵੀ ਤੇਰੇ ਲਈ ਇਹ ਕੰਮ ਸ਼ੋਭਾ ਨਹੀਂ ਪਾਉਂਦਾ। ਕਹਿਣ ਲੱਗਾ, ਹੈ ਮੇਰੇ ਤੇ ਦੋਸ਼ ਲਾਉਂਦੇ ਹੋ, ਮੈਂ ਇੰਨਾ ਮਾੜਾ ਹੋ ਗਿਆ, ਹੁਣ ਮੈਂ ਤੁਹਾਨੂੰ ਚੰਗਾ ਨਹੀਂ ਲੱਗਦਾ, ਤੁਸੀਂ ਮੈਨੂੰ ਵੇਖ ਕੇ ਰਾਜੀ ਨਹੀਂ, ਲਓ ਮੈਂ ਚੱਲਦਾ ਹਾਂ। ਹੁਣ ਮੈਂ ਤੁਹਾਨੂੰ ਪਤਾ ਦੱਸਾਂਗਾ, ਮੈਂ ਸਰਕਾਰੀ ਰਿਪੋਰਟ ਕਰਾਂਗਾ ਜਾ ਕੇ। ਇਸ ਤਰ੍ਹਾਂ ਉੱਚੀ ਉੱਚੀ ਰੌਲਾ ਪਾਉਂਦਾ ਛੱਡ ਕੇ ਚਲਾ ਗਿਆ, ਮੁੜ ਕੇ ਨਹੀਂ ਅੰਮ੍ਰਿਤਸਰ ਸਾਹਿਬ ਆਇਆ। ਇਸ ਤੋਂ ਅੱਗੇ ਨਵਾਂ ਪ੍ਰਕਰਨ ਬਦਲ ਰਿਹਾ ਹੈ। ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਵਿੱਚ ਸ਼ੁਭ ਉਪਦੇਸ਼ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਾਮ ਦੀ ਮਹੱਤਤਾ ਦਰਸਾ ਰਹੇ ਨੇ ਅਤੇ ਬੇਨਤੀ ਦੀ ਬਾਬਤ ਕਥਨ ਕਰਦੇ ਨੇ। ਖੂਬ 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 ਖੂਬ
ਤੇਰੋ ਨਾਮ। ਕਿੰਨੀ ਭਗਤੀ ਸੋਹਣੀ ਵੇਖੋ ਸਿੰਘ ਨੇ ਪੜ੍ਹੀ ਹੈ। ਪੜ੍ਹਦੇ ਨਸ਼ਾ ਖਿੜ ਜਾਂਦਾ, ਸ਼ਬਦਾ ਅਲੰਕਾਰ। ਕਿੰਨੀ ਬਾਣੀ ਮਿੱਠੀ ਉੱਚੀ ਸੁੱਚੀ ਹੈ। ਨਾਮ ਤਾਂ ਖੂਬ ਹੈ ਹੀ ਹੈ, ਤੇ ਗੁਰਬਾਣੀ ਦੀ ਪੰਕਤੀ ਵੀ ਜਿਹੜੀ ਖੂਬ ਕਹਿ ਰਹੀ ਉਹ ਖੁਦ ਆਪ ਹੀ ਖੂਬ ਹੈ। हे ਪ੍ਰਭੂ ਤੇਰਾ ਨਾਮ ਬੜਾ ਹੀ ਸੁੰਦਰ। ਸਤਿਯੁਗ ਵਿੱਚ ਵੀ ਸੁੰਦਰ ਸ੍ਰੇਸ਼ਟ ਸੀ, ਤ੍ਰੇਤੇ ਵਿੱਚ ਵੀ ਸੁੰਦਰ ਸੀ, ਦੁਆਪਰ ਵਿੱਚ ਵੀ ਸੁੰਦਰ ਸੀ, ਤੇ ਹੁਣ ਕਲਯੁਗ ਦੇ ਵਿੱਚ ਵੀ ਸੁੰਦਰ ਹੈ ਤੇਰਾ ਨਾਮ। ਇਸੇ ਪ੍ਰਕਾਰ ਖੂਬ 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 ਤੇਰੋ ਨਾਮ। ਇੱਥੇ 5 ਵਾਰੀ ਖੂਬ ਅੱਖਰ ਆਇਆ ਹੈ। 4 ਵਾਰੀ ਕਹਿ ਕੇ ਵਿਸ਼ਰਾਮ ਲਾਈਦਾ ਹੈ। 4 ਖੂਬ ਪਦ ਤੋਂ ਭਾਵ 4 ਅੰਕ ਦੀ ਗਿਣਤੀ ਸਮਝ ਕੇ 4 ਯੁੱਗਾਂ ਦੇ ਵਿਛੜੇ ਹੋਏ ਜੀਵਾਂ ਨੂੰ, ਸਤਿਯੁਗ ਦੇ ਵਿਛੜੇ, ਤ੍ਰੇਤੇ ਦੇ ਵਿਛੜੇ, ਦੁਆਪਰ ਦੇ ਵਿਛੜੇ, ਜਿਹੜੇ ਹੁਣ ਕਲਯੁਗ ਦੇ ਵਿੱਚ ਵਿਛੜੇ ਹੋਏ ਨੇ, ਸਾਰਿਆਂ ਨੂੰ ਤੇਰਾ ਨਾਮ ਜਿਹੜਾ ਸੁੰਦਰ ਹੈ। ਪੰਜਵੇਂ ਦਾ ਅਰਥ ਹੈ ਸੁੰਦਰ। ਸੁੰਦਰ ਨਾਮ ਮੇਲਣ ਵਾਲਾ ਹੈ। ਸਤਿਗੁਰ ਕਲਗੀਧਰ ਨੇ ਵਿਛੜਿਆਂ ਨੂੰ ਮਿਲਣ ਵਾਸਤੇ ਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਤੇ ਨਾਲ ਵਾਹਿਗੁਰੂ ਮੰਤਰ, ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਸੀਬੀ ਸੱਚ ਤੱਕ ਬਖਸ਼ਿਆ ਹੈ। ਇਹ ਬਾਣੀ ਹੈ ਜਿਹੜੀ ਜਪਜੀ ਸਾਹਿਬ ਹੈ, ਜਾਪ ਸਾਹਿਬ ਹੈ। ਇਹ ਵਿਛੜਿਆਂ ਨੂੰ ਮਿਲਣ ਵਾਸਤੇ ਹੀ ਤਾਂ ਸਤਿਗੁਰਾਂ ਨੇ ਉਚਾਰੀ ਹੈ। ਇਸ ਲਈ ਰਾਮਕਲੀ ਵਾਰ ਵਿੱਚ ਪਾਤਸ਼ਾਹ ਦਾ ਬਚਨ ਹੈ, ਮਹੱਲਾ ਪੰਜਵਾ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਢੀਠ, ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਈਂਦਾ ਕਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨ ਮਿਲਾਇਆ ਜਿਨ ਧੁਰੇ ਪਿਆ ਸੰਜੋਗ। ਇਸੇ ਪ੍ਰਕਾਰ ਖੂਬ 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 ਤੇਰੋ ਨਾਮ। ਅੰਡਜ ਜੀਰਜ ਸੇਤਜ ਤੇ ਉਤਪੁਜ, ਚੌ ਖਾਣੀਆਂ ਜਾਂ ਉੱਤਮ, ਮੱਧਮ, ਕਨਿਸ਼ਟ ਤੇ ਅਦਮ। ਅਦਮ ਨਾਮ ਹੈ ਨੀਚ ਦਾ। ਇਤਿਆਦਿਕ ਸਾਰਿਆਂ ਜੀਵਾਂ ਨੂੰ ਤੇਰਾ ਨਾਮ ਖੂਬ ਖੂਬੀਆਂ ਦੇਣ ਵਾਲਾ ਹੈ, ਖੂਬ ਕਰ ਦੇਣ ਵਾਲਾ ਹੈ। ਬੀਜ ਮੰਤਰ ਸਰਬ ਕੋ ਗਿਆਨ, ਚੌ ਵਰਨਾ ਵਿੱਚ ਜਪੈ ਕਉ ਨਾਮ। ਸਤਿਗੁਰੂ ਜੀ ਦਾ ਘੋੜਾ ਵੀ ਬ੍ਰਹਮ ਗਿਆਨੀ ਸੀਗਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਉਹ ਜਿਹੜੇ ਦਿਲ ਬਾਗ ਤੇ ਗੁੱਲ ਬਾਗ ਸੀਗੇ। ਇੱਕ ਸ਼ਹੀਦ ਹੋ ਗਿਆ ਮਹਾਰਾਜ ਦੇ ਜੰਗ 'ਚ, ਕਿ ਰੋਣ ਲੱਗ ਪਿਆ। ਫਿਰ ਮਹਾਰਾਜ ਨੇ ਉਹਨੂੰ ਬੰਦਿਆਂ ਵਾਂਗ ਉਪਦੇਸ਼ ਦਿੱਤੇ ਵੀ ਭਲਿਆ ਮਾਨਸਾ, ਗੁਰਦੁਆਰੇ ਰੋਈਦਾ ਥੋੜ੍ਹਾ, ਤੂੰ ਕਥਾ ਕੀਰਤਨ ਸੁਣਦਾ, ਸਾਡੀ ਸਵਾਰੀ ਦੀ ਸੇਵਾ ਕਰਦਾ, ਤੇ ਤੂੰ ਰੋਣ ਲੱਗ ਪਿਆ, ਫਿਰ ਸੇਵਾ ਕੌਣ ਕਰੂਗਾ? ਵੀਰ ਮੇਰਾ ਰੋਣਾ। ਤੇ ਆਪਦਾ ਮਨ ਧੀਰਜ ਰੱਖ, ਮਰਿਆ ਨਾਲ ਕੋਈ ਮਰਦਾ ਨਹੀਂ ਹੈ। ਉਹਦਾ ਸ਼ਹੀਦੀ ਪਾ ਗਿਆ, ਆਪਦਾ ਮਨੁੱਖਾ ਆਪਣਾ ਘੋੜੇ ਵਾਲਾ ਜਨਮ ਸਫਲ ਕਰ ਗਿਆ। ਹੁਣ ਤੂੰ ਵੀ ਆਪਦਾ ਜਨਮ ਸਫਲਾ ਕਰ। ਜਿਹੜਾ ਮਹਾਰਾਜ ਵਾਲਾ ਘੋੜਾ ਸ਼ਹੀਦ ਹੋਇਆ, ਉਹ ਸੁਹੇਲਾ ਘੋੜਾ ਗੁਰਦੁਆਰਾ ਸਾਹਿਬ ਹੈ। ਜਦ ਤੁਸੀਂ ਗੁਰੂ ਕੇ ਲਾਹੌਰ ਜਾਓ, ਪਤਾ ਨਹੀਂ ਕਿੰਨੇ ਮਨ ਉਹਦੇ ਢਿੱਡ ਚੋਂ ਲੋਹਾ ਨਿਕਲਿਆ ਸੀਗਾ। ਮਾਰੇ ਕਹਿੰਦੇ ਕਮਲਿਆ ਵੇਖ, ਉਹ ਤਾਂ ਆਪਦਾ ਸਰੀਰ ਸਫਲ ਕਰ ਗਿਆ। ਗੁਰੂ ਹਰਗੋਬਿੰਦ ਸਾਹਿਬ ਦਾ ਭਾਰ ਇੰਨਾ ਸੀਗਾ ਮਣਾ ਮੂੰਹ ਵੀ ਵੱਧ ਤੋਂ ਵੱਧ 1.25 ਘੰਟਾ ਘੋੜਾ ਸੇਵਾ ਕਰ ਸਕਦਾ ਸੀ। ਤਗੜੇ ਘੋੜੇ ਵੀ ਮੁੜਕੋ ਮੁੜਕੀ ਹੋ ਜਾਂਦੇ, ਘੋੜਾ ਬਦਲਣਾ ਪੈਂਦਾ। ਥਾਪੜਾ ਦਿੱਤਾ ਵੀ ਤਗੜਾ ਹੋ। ਇਹ ਮਹਾਰਾਜ ਨੇ ਉਹਨੂੰ ਬ੍ਰਹਮ ਗਿਆਨ ਬਖਸ਼ਿਆ ਸੀਗਾ। ਦੂਸਰੇ ਨੂੰ ਇੱਕ ਸ਼ਹੀਦੀ ਪਾ ਗਿਆ, ਸੁਹੇਲੇ ਘੋੜੇ ਗੁਰਦੁਆਰੇ ਦਾ ਸੰਸਕਾਰ ਕੀਤਾ, ਦੂਜੇ ਨੂੰ ਬ੍ਰਹਮ ਗਿਆਨ ਬਖਸ਼ਿਆ। ਉਹ ਵੀ ਬ੍ਰਹਮ ਗਿਆਨੀ ਸੀਗਾ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨੀਲਾ ਘੋੜਾ ਵੀ ਬ੍ਰਹਮ ਗਿਆਨੀ। ਮਹਾਰਾਜ ਛੰਟਾ ਨਹੀਂ ਸੀ ਮਾਰਦੇ ਤੇ ਦਬਕਾ ਵੀ ਨਹੀਂ ਸੀ ਮਾਰਦੇ, ਕੋਈ ਡਾਂਗ ਸੋਟਾ ਨਹੀਂ ਕਰਦੇ। ਜਿੱਧਰ ਗੁਰੂ ਜੀ ਦਾ ਮਨ ਸੋਚਦਾ ਉਧਰ ਹੀ ਘੋੜਾ ਚੱਲਦਾ ਸੀਗਾ। ਗੁਰੂ ਅਮਰਦਾਸ ਜੀ ਦੀ ਘੋੜੀ ਵੀ ਬ੍ਰਹਮ ਗਿਆਨੀ ਸੀਗੀ। ਗੁਰੂ ਅਮਰਦਾਸ ਜੀ ਬਾਬੇ ਦਾਸੂ ਜੀ ਦਾ ਬਚਨ ਮੰਨ ਕੇ ਗੋਇੰਦਵਾਲ ਸਾਹਿਬ ਛੱਡ ਕੇ ਗੁਰਦੁਆਰਾ ਸੰਨ ਸਾਹਿਬ ਲੋਕੇ ਬੈਠ ਗਏ, ਕੁੰਡਾ ਜਿੰਦਰਾ ਮਾਰ ਕੇ। ਤੇ ਬਾਬੇ ਬੁੱਢੇ ਨੂੰ ਸੰਗਤਾਂ ਨੇ ਬੇਨਤੀ ਕੀਤੀ, ਤਾਂ ਬਾਬਾ ਜੀ ਨੇ ਆਖਿਆ ਵੀ ਮਹਾਰਾਜ ਦੀ ਘੋੜੀ ਦਾ ਇਸ਼ਨਾਨ ਕਰਾਓ।
ਇਹ ਮਹਾਰਾਜ ਦੀ ਸੇਵਾਦਾਰ ਨਹੀਂ ਹੈ, ਇਹਨੂੰ ਜ਼ਰੂਰ ਪਤਾ ਹੋਊਗਾ। ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਵੀ ਕੁੱਤੇ ਬਿੱਲੇ ਆ ਘੋੜੇ ਅੰਤਰਜਾਮੀ ਹੁੰਦੇ ਨੇ। ਉਹਦੇ ਗਲ 'ਚ ਹਾਰ ਹੁਰ ਪਾਇਆ, ਮੱਥਾ ਟੇਕਿਆ, ਬਾਬਾ ਜੀ ਨੇ ਅਰਦਾਸ ਕੀਤੀ ਵੀ ਇਹ ਮਹਾਰਾਜ ਦੀ ਘੋੜੀ ਹੈ, ਤੂੰ ਗੁਰੂ ਸਾਹਿਬ ਦੇ ਦਰਸ਼ਨ ਕਰਾ। ਤੇ ਮੁੜ ਕੇ ਉਹਦੇ ਮਗਰ ਢੋਲਕੀ ਚਿਮਟੇ ਲੈ ਕੇ ਤੁਰ ਪਏ, ਕੀਰਤਨ ਕਰਦੇ। ਉਹ ਅੱਗੇ ਅੱਗੇ ਜਿਸ ਤਰ੍ਹਾਂ ਸ਼ਬਦ ਚੌਂਕੀ ਜਾਂਦੀ ਹੈ, ਉਹ ਪਹੁੰਚ ਗਈ ਜੀ ਬਾਸਰ ਕੇ ਗੱਲਾਂ। ਉੱਥੇ ਗੋਡੇ ਲਾ ਕੇ ਮੱਥਾ ਟੇਕਿਆ ਵੀ ਇੱਥੇ ਜੇ ਮਹਾਰਾਜ, ਹੁਣ ਤੁਸੀਂ ਮਹਾਰਾਜ ਨੂੰ ਆਪ ਬੇਨਤੀ ਕਰੋ। ਤੇ ਸੰਨ ਲਾ ਕੇ ਮਹਾਰਾਜ ਨੂੰ ਪ੍ਰਗਟ ਕੀਤਾ। ਤੋ ਇਸ ਤਰੀਕੇ ਦੇ ਨਾਲ ਜਿੰਨੇ ਵੀ ਚੌਂ ਖਾਣੀਆਂ ਦੇ ਜੀਵ ਹਨ, ਆ ਜਿਹੜਾ ਕਾਕ ਪਸੁੰਡ ਹੈ, ਨਾਨਕ ਪ੍ਰਕਾਸ਼ ਦੇ ਵਿੱਚ ਉਹਦਾ ਨਾਮ ਆਉਂਦਾ। ਇੱਕ ਮਹਾਤਮਾ ਕਾਂ ਦੀ ਜੂਨ 'ਚ ਨਾਮ ਜਪਦਾ ਸੀਗਾ। ਜਦ ਆਪਾਂ ਹੇਮਕੁੰਟ ਸਾਹਿਬ ਨੂੰ ਜਾਂਦੇ ਆ, ਇੱਕ ਤਾਂ ਘਾਟ ਹੈ ਗੋਬਿੰਦ ਘਾਟ, ਇੱਕ ਉੱਪਰ ਧਾਮ ਹੈ। ਧਾਮ ਤੋਂ ਜਿਹੜਾ ਅੱਗੇ ਪੁਲ ਹੈ, ਪੁਲ ਤੋਂ ਖੱਬੇ ਹੱਥ ਫੂਲਣ ਵੈਲੀ ਨੂੰ, ਉਸ ਘਾਟੀ ਨੂੰ ਰਸਤਾ ਜਾਂਦਾ, ਤੇ ਸੱਜੇ ਹੱਥ ਚਾਈਨਾ ਨੂੰ ਰਾਹ ਜਾਂਦਾ। ਚਾਈਨਾ ਦੇ ਬਾਰਡਰ ਤੇ ਗੁਰਦੁਆਰਾ ਕਾਕ ਪਸੁੰਡ ਹੈ। ਗੁਰਦੁਆਰਾ ਤਾਂ ਉੱਥੇ ਬਣਿਆ ਨਹੀਂ। ਸਿੰਘ ਬਾਬਾ ਸ਼ੇਰ ਸਿੰਘ ਸਾਹਿਬ ਜੀ ਟਕਸਾਲ ਦੇ ਗੁਰਮੁਖ ਪਿਆਰੇ, ਜਿਨ੍ਹਾਂ ਹੇਮਕੁੰਟ ਸਾਹਿਬ ਦੀਆਂ 7 ਚੋਟੀਆਂ ਨਿਸ਼ਾਨ ਸਾਹਿਬ ਚਾੜਿਆ, ਉਹਨਾਂ ਉੱਥੇ ਨਿਸ਼ਾਨ ਸਾਹਿਬ ਝੰਡਾ ਕੱਢਿਆ ਗੁਰਦੁਆਰੇ ਦਾ। ਉੱਥੇ ਵੀ ਸਰੋਵਰ ਹੈ ਹੇਮਕੁੰਟ ਸਾਹਿਬ। ਜਿਸ ਤਰ੍ਹਾਂ ਹੇਮਕੁੰਟ ਸਾਹਿਬ ਸਰੋਵਰ ਹੈ, ਉਸ ਤਰ੍ਹਾਂ ਕਾਕ ਪਸੁੰਡ ਵੀ ਸਰੋਵਰ ਹੈ। ਤੇ ਮਾਨ ਸਰੋਵਰ ਵੀ ਪਹਾੜਾਂ ਦੇ ਵਿੱਚ। ਪਹਾੜਾਂ 'ਚ ਕਿਤੇ ਸਰੋਵਰ ਨਹੀਂ ਤੁਹਾਨੂੰ ਮਿਲੂਗਾ। ਧੌਲੀ ਧਾਰ ਦੇਖੋਗੇ, ਪਿੱਛੋਂ ਪਾਣੀ ਆਉਂਦਾ, ਅੱਗੇ ਨੂੰ ਤੁਰਿਆ ਜਾਂਦਾ। ਸਿਰਫ 3 ਜਗ੍ਹਾ ਤੇ ਪਾਣੀ ਟਿਕ ਕੇ ਖਲੋਤਾ ਹੈ। ਇੱਕ ਤਾਂ ਹੇਮਕੁੰਟ ਸਾਹਿਬ, ਇੱਕ ਕਾਕ ਪਸੁੰਡ, ਤੇ ਇੱਕ ਮਾਨ ਸਰੋਵਰ ਜਿਹੜਾ ਚਾਈਨਾ 'ਚ ਹੈ। ਚਾਈਨਾ ਦੇ ਆਜੜੀ ਬੱਕਰੀਆਂ ਚਾਰਨ ਵਾਸਤੇ ਉੱਥੇ ਕਾਕ ਪਸੁੰਡ ਆਉਂਦੇ ਨੇ। ਸਿੰਘ ਉੱਥੇ ਪੋਥੀਆਂ ਸਾਹਿਬ ਲਿਜਾ ਕੇ ਸਹਿਜ ਪਾਠ ਵੀ ਕਰਕੇ ਆਉਂਦੇ। ਤੋ ਇੰਜ ਉਹ ਕਾਂ ਦੀ ਜੂਨ 'ਚ ਸੀਗਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਉਹਨੂੰ ਦਰਸ਼ਨ ਦਿੱਤੇ। ਉਹ ਕਾਂ ਦੀ ਜੂਨ 'ਚ ਹੀ ਭਗਤੀ ਕਰ ਰਿਹਾ ਹੈ। ਮਹਾਰਾਜ ਤੇਰਾ ਨਾਮ ਭਾਵੇਂ ਕੋਈ ਵੀ ਜਪ ਲੈ, ਉਸ ਨੂੰ ਖੂਬੀਆਂ ਦੇਣ ਵਾਲਾ। ਇਸੇ ਪ੍ਰਕਾਰ ਖੂਬ 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 ਤੇਰੋ ਨਾਮ। हे ਮਾਇਆ ਨੂੰ ਆਪਣੀ ਸੱਤਾ ਸਮਰਤੀ ਦੁਆਰਾ ਖੂਬ ਸੁੰਦਰ ਕਰਨ ਵਾਲੇ ਖੂਬ ਸੁੰਦਰ ਪਰਮਾਤਮਾ, ਜਿਸ ਨੇ ਖੂਬ ਸ੍ਰੇਸ਼ਟ ਗੁਰਾਂ ਦੁਆਰਾ ਤੇਰਾ ਖੂਬ ਸੁੰਦਰ ਨਾਮ ਜਪਿਆ, ਉਹ ਖੂਬ ਸੁੰਦਰ ਜੀਵਨ ਵਾਲਾ ਹੋਇਆ ਹੈ। ਝੂਠ 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 ਦੁਨੀ ਗੁਮਾਨ। ਪਰ ਦੁਨੀਆ ਮਾਇਆ ਦਾ ਹੰਕਾਰ ਸਤਿਯੁਗ ਵਿੱਚ ਵੀ ਝੂਠਾ ਸੀਗਾ। ਹਰਨਾਖਸ਼ ਨੇ ਕੀਤਾ ਤੇ ਉਹ ਮਾਰਿਆ ਗਿਆ। ਤ੍ਰੇਚੇ 'ਚ ਵੀ ਝੂਠਾ ਸੀਗਾ, ਰਾਮ ਨੇ ਕੀਤਾ ਮਾਰਿਆ ਗਿਆ। ਦੁਆਪਰ 'ਚ ਵੀ ਝੂਠਾ ਸੀਗਾ। ਵੇਖੋ ਕੈਰਮਾ ਨੇ ਕੀਤਾ ਤੇ ਉਹ 100 ਭਰਾ ਸੀਗੇ, ਹੋਰ ਕਈ ਖੂਣੀਆਂ ਫੌਜ ਵੀ ਨਾਲ ਲੈ ਕੇ ਬਹਿ ਗਏ, ਉਹ ਵੀ ਮਾਰੇ ਗਏ। ਝੂਠਾ ਹੀ ਸੀ। ਹੁਣ ਕਲਯੁਗ ਦੇ ਵਿੱਚ ਔਰੰਗਜ਼ੇਬ ਨੇ ਕੀਤਾ, ਜ਼ਕਰੀਆ ਨੇ ਕੀਤਾ। ਜ਼ਕਰੀਆ ਦੀ ਪੋਤੀ ਕਹਿੰਦੇ ਚਾਹ ਵੇਚ ਕੇ ਗੁਜ਼ਾਰਾ ਕਰਦੀ ਹੈ, ਇਹ ਵੀ ਝੂਠਾ ਹੀ ਹੈ। ਇਸੇ ਪ੍ਰਕਾਰ ਝੂਠ 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 ਦੁਨੀ ਗੁਮਾਨ। ਜਿਸ ਝੂਠੀ ਮਾਇਆ ਵਾਸਤੇ ਜੀਵ ਝੂਠੇ ਕਰਮ ਕਰਦਾ ਤੇ ਝੂਠ ਬੋਲਦਾ, ਉਸ ਦਾ ਹੰਕਾਰ ਵੀ ਝੂਠਾ ਨਾਸ਼ਵੰਤ ਹੀ ਹੈ। ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਹਨ। ਨਗਜ ਤੇਰੇ ਬੰਦੇ ਦੀਦਾਰ ਅਪਾਰ। ਇੰਦਰਾ ਗਾਂਧੀ UN ਨੂੰ ਪਤਾ ਨਹੀਂ ਕਿਹੜੀ ਉਹ ਸਭਾ ਬਣੀ ਹੈ ਇੰਟਰਨੈਸ਼ਨਲ, ਉਹਦੀ ਪ੍ਰਧਾਨ ਸੀਗੀ। ਚੰਗੀ ਭਲੀ ਆਪਦੀ ਪ੍ਰਭਤਾ ਵਡਿਆਈ ਮਾਣ ਲੈਂਦੀ 4 ਦਿਨ, ਤੇ ਪਰ ਗੁਰਦੁਆਰੇ ਅਕਾਲ ਤਖਤ ਨਾਲ ਮੱਥਾ ਲਾਇਆ, ਉਹਦਾ ਬੇੜਾ ਬਹਿ ਗਿਆ, ਗਰਕੀ ਹੋ ਗਿਆ। ਇਸ ਲਈ ਬੰਦੇ ਨੂੰ ਆਪਦੀ ਕੁਰਸੀ ਦਾ ਸੱਤਾ ਦਾ ਹੰਕਾਰ ਨਹੀਂ ਕਰਨਾ ਚਾਹੀਦਾ। 4 ਦਿਨ ਆਪਣੀ ਨੌਬਤ ਚੱਲੇ ਬਜਾਏ ਇਤਨਕ ਖਟੀਆ ਗਠੀਆ ਮਟੀਆ ਸੰਗ ਨਾ ਕਸ਼ ਲੈ ਜਾਏ। ਨਗਜ ਤੇਰੇ ਬੰਦੇ ਦੀਦਾਰ ਅਪਾਰ ਹੀ ਅਪਾਰ ਬੇਅੰਤ ਪ੍ਰਮਾਤਮਾ, ਤੇਰੇ ਬੰਦੇ ਤੇਰੇ ਦਾਸ ਤੇਰੇ ਭਗਤ ਨਗਜ ਉੱਤਮ ਸ੍ਰੇਸ਼ਟ ਜੀਵਨ ਵਾਲੇ ਨੇ, ਜੋ ਤੇਰਾ ਹੀ ਦਰਸ਼ਨ ਚਾਹੁੰਦੇ ਨੇ। ਤੇਰੇ ਦਾਸ ਸ੍ਰੇਸ਼ਟ ਨੇ, ਔਰ ਉਹਨਾਂ ਦਾ ਦਰਸ਼ਨ ਵੀ ਪਾਰਾਵਾਰ ਤੋਂ ਰਹਿਤ ਅਸਚਰਜੀ ਹੈ।
ਜਾਂ ਤੇਰੇ ਅਪਾਰ ਸਰੂਪ ਦੀ ਪ੍ਰਾਪਤੀ ਵਾਲੇ ਨੇ। ਨਾਮ ਬਿਨਾ ਸਭ ਦੁਨੀਆ ਛਾਰ, ਉਹਨਾਂ ਨੇ ਤੇਰੇ ਨਾਮ ਤੋਂ ਬਿਨਾਂ ਸਾਰੀ ਦੁਨੀਆ ਸ੍ਰਿਸ਼ਟੀ ਹੀ ਸਵਰੂਪ ਸਮਝੀ ਹੋਈ ਹੈ। ਮਨਮੁਖਾਂ ਦੀ ਸਾਰੀ ਸ੍ਰਿਸ਼ਟੀ ਵਿਸ਼ਿਆਂ ਵਿੱਚ ਲੱਗਣ ਕਰਕੇ ਸਵਾ ਹੋ ਰਹੀ ਹੈ। ਅਚਰਜ ਤੇਰੀ ਕੁਦਰਤ, हे परमात्मा तेरी शक्ति तेरी माया भी आश्चर्य रूप है। ਤੇਰੇ ਕਦਮ ਸਲਾਹ, तेरे कदम ਜਿਹੜੇ ਗੁਰਦੁਆਰਾ ਨਾਨਕ ਚੀਰਾ ਪਏ, ਗੁਰਦੁਆਰਾ ਪੰਜਾ ਸਾਹਿਬ ਵਿਖੇ ਪੰਜਾ ਲੱਗਿਆ ਉੱਥੇ ਪਏ, ਉਹ ਤੇਰੇ ਚਰਨ ਕਮਲ ਵੀ ਸਲੋਹਣੇ ਜੋਗ ਨੇ। ਗੁਰਦੁਆਰਾ ਨਾਨਕ ਪਿਆਓ ਦਿੱਲੀ ਵਿਖੇ ਪਏ, ਜਿੱਥੇ ਬਾਬਾ ਪੈਰ ਤਰੇ ਪੂਜਾ ਆਸਨ ਥਾਪਣ ਸੁਆ। ਗਨੀਵ ਤੇਰੀ ਸਿਫਤ ਸੱਚੇ ਪਾਤਸ਼ਾਹ, ਦੁਨੀਆ ਦੇ ਬਾਦਸ਼ਾਹ ਝੂਠੇ ਨੇ, ਇਹ ਸੱਚੇ ਪਾਤਸ਼ਾਹ ਰੂਪ ਪਰਮਾਤਮਾ ਤੇਰੀ ਸਿਫਤ ਉਹ ਵੀ ਗਨੀਮ ਧਨੀ ਹੈ। ਗਨੀ ਧਨੀ ਅਰਬੀ ਵਿੱਚ ਗਣੀ ਨੂੰ ਧਨੀ ਕਿਹਾ ਜਾਂਦਾ, ਇਸ ਕਰਕੇ ਗਨੀਮ ਦਾ ਅਰਥ ਅਮੀਰ ਕੀਤਾ ਹੈ। ਨੀਤਰਿਆ ਧਾਰ ਪਨ ਹੈ ਖੁਦਾ, ਭਾਵ ਸ਼ੁਭ ਗੁਣਾ ਰੂਪੀ ਧਨ ਵਾਲੀ ਹੈ ਤੂੰ। ਤ੍ਰੈ ਕਲ ਬਾਦ ਰੂਪ ਤੇ ਸਰੂਪ ਜਗਤ ਰੂਪੀ ਪਾਤ ਦਾ ਸਾ ਮਾਲਕ ਰੂਪ ਹੈ, ਤਖਤ ਦਾ ਮਾਲਕ ਹੈ। ਇਹ ਨੇ ਆਸਰਿਆਂ ਨੂੰ ਆਸਰਾ ਦੇਣ ਵਾਲੇ ਖੁਦਾਏ ਪ੍ਰਭੂ, ਤੇ ਅਸੀਂ ਤੇਰੀ ਪਨੇ ਖੁਦਾਏ ਸ਼ਰਨ ਵਿੱਚ ਆਏ ਹਾਂ। ਗਰੀਬ ਨਿਵਾਜ ਦਿਨ ਰਹਿਣ ਧਿਆਏ, ਇਹ ਗਰੀਬਾਂ ਨੂੰ ਉਡਿਆਉਣ ਵਾਲੇ ਪ੍ਰਮਾਤਮਾ ਐਸੀ ਕਿਰਪਾ ਕਰ ਕਿ ਅਸੀਂ ਦਿਨ ਰਾਤ ਤੈਨੂੰ ਹੀ ਧਿਆਉਣਾ ਸਿਮਰਨਾ ਕਰੀਏ। ਨਾਨਕ ਕਉ ਖੁਦ ਖਸਮ ਮਿਹਰਬਾਨ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਇੰਜ ਬੇਨਤੀ ਕਰਨ ਨੂੰ ਸਾਡੇ ਜਨਾਂ ਦੇ ਉੱਪਰ ਮਾਲਕ ਆਪ ਮਿਹਰਬਾਨ ਦਿਆਲੂ ਹੋਇਆ ਹੈ। ਲਹੂ ਨਾ ਵਿਸਰੈ ਦਿਲ ਜੀ ਪ੍ਰਾਨ, ਸਾਡੇ ਦਿਲ ਹਿਰਦੇ ਜ਼ਿੰਦਗੀ ਤੇ ਸਵਾਸਾਂ ਦਾ ਆਸਰਾ ਅੱਲੋ ਪਾਕ ਪਵਿੱਤਰ ਰੂਪ ਪਰਮਾਤਮਾ ਹੁਣ ਭੁੱਲਦਾ ਨਹੀਂ ਹੈ। ਜਾਂ ਹੇ ਪਾਕ ਰੂਪ ਪ੍ਰਭੂ ਤੂੰ ਸਾਨੂੰ ਕਦੇ ਵੀ ਨਾ ਭੁੱਲ, ਅਸੀਂ ਤੈਨੂੰ ਸਭ ਜੀਵਾਂ ਦੇ ਦਿਲ ਅੰਦਰ ਵਿਆਪਕ ਪਹਿਚਾਨਣਾ ਕਰੀਏ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਨਾਨਕ ਕਉ ਖੁਦ ਖਸਮ ਮਿਹਰਬਾਨ, ਅੱਲੋ ਨ ਵਿਸਰੈ ਦਿਲ ਜੀ ਪ੍ਰਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰ ਮੈਂ ਪਾਇਆ, ਸਤਿਗੁਰ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਬਰਵਾਰ ਭਰੀਆਂ ਸਬਦ ਗਾਵਣ ਆਈਆਂ। ਸ਼ਬਦ ਹੋ ਤੰਗਾਵੋ ਹਰੀ ਕੇਰਾ ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ